ਕਿਵੇਂ ਦੋਸਤੋ ਕੀ ਹਾਲ ਚਾਲ? ਅੱਜ ਦੀ ਵੀਡੀਓ 'ਚ ਆਪਾਂ ਗੱਲਬਾਤ ਕਰਾਂਗੇ ਯੂਕੌਨ ਦੇ ਪੀਐਨਪੀ ਪ੍ਰੋਗਰਾਮ। ਤੁਹਾਨੂੰ ਸਾਰਾ ਕੁਝ ਦੱਸੂਗਾ ਕਿ ਪ੍ਰੋਗਰਾਮ ਦੀ ਰਿਕੁਆਇਰਮੈਂਟ ਕੀ ਆ, ਕਿਵੇਂ ਤੁਸੀਂ ਜੋਬਾਂ ਲੱਭਣੀਆਂ ਤੇ ਕਿਵੇਂ ਤੁਸੀਂ ਆਪਣੀ ਪੀਆਰ ਦੀ ਫਾਈਲ ਪਾਉਣੀ ਹੈ। ਯੂਕੌਨ ਵਨ ਆਫ ਦਾ ਬੈਸਟ ਪ੍ਰੋਵਿੰਸ ਹੋ ਸਕਦੀ ਹੈ ਜਿਹੜੇ ਲੋਕੀ ਠੰਡ 'ਚ ਜਾ ਕੇ ਰਹਿਣਾ ਪਸੰਦ ਕਰਦੇ ਆ, ਜਿਹੜੇ ਵੀ ਲੋਕੀ ਮੂਵ ਕਰਨਾ ਚਾਹੁੰਦੇ ਆ ਕਿ ਹਾਂ ਭਾਈ ਸਾਨੂੰ ਡਾਇਰੈਕਟ ਪੀਆਰ ਮਿਲੇ। ਸੋ ਯੂਕੌਨ ਕੈਨ ਬੀ ਅ ਗੁੱਡ ਆਪਸ਼ਨ, ਬਟ ਇਹਦੇ ਵਿੱਚ ਮੇਨ ਰਿਕੁਆਇਰਮੈਂਟ ਸਾਰੀ ਹੈਗੀ ਜੋਬ ਦੀ। ਸੋ ਤੁਹਾਨੂੰ ਮੈਂ ਦੱਸੂਗਾ ਕਿ ਜੋਬ ਲੱਭਣੀ ਕਿਵੇਂ ਆ। ਸੋ ਤੁਸੀਂ ਜੋਬ ਲੱਭ ਕੇ ਦੈਨ ਮੂਵ ਕਰਿਓ। ਬਿਨਾਂ ਜੋਬ ਤੋਂ ਮੂਵ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਜੇ ਤੁਸੀਂ ਬਿਨਾਂ ਜੋਬ ਤੋਂ ਮੂਵ ਕਰਨਾ ਵੀ ਰਿਸਕ ਲੈਣਾ ਤਾਂ ਅਕਾਊਂਟ ਦੇ ਵਿੱਚ 2 ਤੋਂ 5 ਹਜ਼ਾਰ ਦਾ ਜ਼ਰੂਰ ਰੱਖ ਕੇ ਫਿਰ ਮੂਵ ਕਰਿਓ, ਅਦਰਵਾਈਜ਼ ਨਾ ਕਰਿਓ। ਠੀਕ ਹੈ। ਸੋ ਦਿਸ ਇਜ਼ ਯੂਕੌਨ ਪੀਐਨਪੀ ਦਾ ਪ੍ਰੋਸੈਸ ਕੀ ਹੁੰਦਾ, ਉਹਨੂੰ ਪ੍ਰੋਸੈਸ ਸਮਝਾਉਂਦਾ ਪਹਿਲਾਂ। ਸੋ ਐਲੀਜੀਬਲ ਇੰਪਲੋਇਰ ਨੇ ਕੀ ਕਰਨਾ, ਉਹਨੇ ਜੋਬ ਐਡਵਰਟਾਈਜ਼ ਕਰਨੀ ਆ, ਜਿਹਦੇ ਵਿੱਚ ਉਹਨੇ ਪਹਿਲੀ ਕੋਸ਼ਿਸ਼ ਦਿਖਾਉਣੀ ਹੈ ਕਿ ਹਾਂ ਜੀ ਮੈਂ ਪਹਿਲਾਂ ਕੈਨੇਡੀਅਨ ਪੀਆਰ ਸਿਟੀਜ਼ਨ ਬੰਦਾ ਹਾਇਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਮੈਨੂੰ ਉਹ ਮਿਲਿਆ ਨਹੀਂ, ਫਿਰ ਮੈਂ ਤੁਹਾਨੂੰ ਜੋਬ ਦੇ ਰਿਹਾ। ਠੀਕ ਹੈ। ਉਹਦੇ ਬਾਅਦ 'ਚ ਉਹਨੇ ਤੁਹਾਨੂੰ ਫੁੱਲ ਟਾਈਮ ਜੋਬ ਆਫਰ ਕਰਨੀ ਹੈ ਜਿਹੜੀ ਪਰਮਾਨੈਂਟ ਪੋਜੀਸ਼ਨ ਹੋਵੇ। ਸੋ ਇੱਕ ਜੋਬ ਜਿਹੜੀ ਸਾਲ ਦੇ 365 ਦਿਨ ਚੱਲਦੀ ਹੋਵੇ, ਫੁੱਲ ਟਾਈਮ ਹੋਵੇ, ਤੁਹਾਨੂੰ ਹਫਤੇ ਦੇ 30 ਘੰਟੇ ਘੱਟੋ ਘੱਟ ਮਿਲਦੇ ਹੋਣ ਅਤੇ ਉਹ ਜੋਬ ਪਰਮਾਨੈਂਟ ਹੋਵੇ। ਠੀਕ ਹੈ। ਇੰਪਲੋਇਰ ਐਂਡ ਫੋਰਨ ਨੈਸ਼ਨਲ ਕੰਪਲੀਟ ਆਲ ਦਾ ਰਿਕੁਆਇਰਡ ਫਾਰਮਸ, ਜਿਹੜੇ ਫਾਰਮਸ ਹੈਗੇ ਆ ਤੁਹਾਨੂੰ ਮੈਂ ਦੱਸੂਗਾ ਅੱਗੇ ਪੀਐਨਪੀ ਨੂੰ ਲੈ ਕੇ, ਉਹ ਸਾਰੇ ਤੁਸੀਂ ਇੰਪਲੋਇਰ ਨੇ ਰਲ ਕੇ ਕੰਪਲੀਟ ਕਰਨੇ ਆ। ਆਹ ਇੰਪਲੋਇਰ ਡਰਿਵਨ ਸਟਰੀਮ ਆ, ਇਹਦੇ ਵਿੱਚ ਤੁਸੀਂ ਡਾਇਰੈਕਟ ਫਾਈਲ ਨਹੀਂ ਪਾ ਸਕਦੇ, ਇੰਪਲੋਇਰ ਨੇ ਸਾਰਾ ਕੁਝ ਕਰਨਾ ਤੁਹਾਡੇ ਲਈ। ਠੀਕ ਹੈ। ਸੋ ਤਾਂ ਕਰਕੇ ਤੁਹਾਨੂੰ ਮੈਂ ਦੱਸੂਗਾ ਵੀ ਇੱਥੋਂ ਦੇ ਇੰਪਲੋਇਰ ਵੀ ਹੈਲਪ ਕਰ ਦਿੰਦੇ ਆ। ਜਦੋਂ ਵੀ ਜੋਬ ਅਪਲਾਈ ਕਰਨੀ ਤੁਹਾਨੂੰ ਕਾਲ ਆਉਂਦੀ ਹੈ, ਤੁਸੀਂ ਅਪ ਫਰੰਟ ਕਹਿ ਸਕਦੇ ਹੋ ਕਿ ਹਾਂਜੀ ਮੈਂ ਕੰਮ ਕਰਨ ਨੂੰ ਰੈਡੀ ਹਾਂ, ਪਰ ਮੈਨੂੰ ਤੁਹਾਡੇ ਤੋਂ ਪੀਆਰ ਲਈ ਸਾਰੀ ਸਪੋਰਟ ਚਾਹੀਦੀ ਹੈ, ਅਤੇ ਉਹ ਇੰਪਲੋਇਰਸ ਮਨਾ ਨਹੀਂ ਕਰਨਗੇ। ਇੰਪਲੋਇਰ ਸਬਮਿਟ ਕੰਪਲੀਟ ਐਪਲੀਕੇਸ਼ਨ, ਇੰਪਲੋਇਰ ਨੇ ਐਪਲੀਕੇਸ਼ਨ ਸਬਮਿਟ ਕਰਨੀ ਹੈ। ਠੀਕ ਹੈ। ਟੂ YPN ਯੂਕੌਨ ਨੋਮੀਨੀ ਪ੍ਰੋਗਰਾਮ ਨੂੰ ਉਹਨਾਂ ਨੇ ਐਪਲੀਕੇਸ਼ਨ ਸਬਮਿਟ ਕਰਨੀ ਹੈ। ਇੰਸ਼ੋਰ ਆਲ ਫਾਰਮਸ ਐਂਡ ਡਾਕੂਮੈਂਟਸ ਆਰ ਇਨਕਲੂਡਡ, ਉਹਨਾਂ ਨੂੰ ਪਤਾ ਹੋਵੇ ਕਿ ਸਾਰੇ ਡਾਕੂਮੈਂਟ ਗੋਡ ਨੇ, ਇੰਪਲੋਇਰ ਨੇ ਤੁਹਾਡੇ ਬਿਹਾਫ 'ਤੇ ਫਾਈਲ ਸਬਮਿਟ ਕਰਨੀ ਹੈ। ਠੀਕ ਹੈ। ਇਫ ਇੰਪਲੋਇਰ ਇਜ਼ ਅਪਰੂਵਡ ਫੋਰਨ ਨੈਸ਼ਨਲ ਇਨਫੋਰਮੇਸ਼ਨ ਇਜ਼ ਰਿਵਿਊਡ, ਦੈਨ ਇਫ ਫੋਰਨ ਨੈਸ਼ਨਲ ਇਜ਼ ਅਪਰੂਵਡ, ਜਦੋਂ ਅਪਰੂਵ ਹੋ ਇੱਕ ਵਾਰੀ ਤੁਸੀਂ ਟੈਰੀਟਰੀ, ਸੋ ਯੂਕੌਨ ਪ੍ਰੋਵਿੰਸ ਨਹੀਂ ਹੈਗੀ, ਟੈਰੀਟਰੀ ਆ, ਉਹਨੂੰ ਟੈਰੀਟਰੀ ਦੀ ਨੋਮੀਨੇਸ਼ਨ ਮਿਲ ਜਾਂਦੀ। ਜਿਵੇਂ ਹੁਣ ਮੈਂ ਮੈਨੀਟੋਬਾ, ਜਦ ਮੈਨੂੰ ਮੈਨੀਟੋਬਾ ਨੋਮੀਨੇਟ ਕਰੂਗਾ ਤਾਂ ਮੈਨੀਟੋਬਾ ਦੀ ਪੀਐਨਪੀ ਮਿਲੂਗੀ। ਠੀਕ ਹੈ ਮੈਨੂੰ, ਸੋ ਉਵੇਂ ਤੁਹਾਨੂੰ ਟੈਰੀਟਰੀ ਦੀ ਨੋਮੀਨੇਸ਼ਨ ਮਿਲ ਜੂਗੀ। ਉਦੋਂ ਬਾਅਦ 'ਚੋਂ ਤੁਹਾਡੀ ਐਪਲੀਕੇਸ਼ਨ ਅਪਰੂਵ ਹੋਣ ਤੋਂ ਬਾਅਦ ਇੰਪਲੋਇਰ ਅਤੇ ਤੁਸੀਂ ਇੱਕ ਟਰੀ ਪਾਰਟੀਟ ਐਗਰੀਮੈਂਟ ਹੁੰਦਾ TPA, ਆਹ ਤੁਸੀਂ ਗੌਰਮੈਂਟ ਆਫ ਯੂਕੌਨ ਦੇ ਨਾਲ ਇਹਨੂੰ ਸਾਈਨ ਕਰਨਾ। ਸੋ ਸਿੰਪਲ ਪ੍ਰੋਸੈਸ ਹੁੰਦਾ, ਬਹੁਤ ਈਜ਼ੀਲੀ ਹੋ ਜਾਂਦਾ। ਜਦੋਂ ਇੱਕ ਵਾਰੀ ਆਹ ਸਾਈਨ ਕਰਤਾ, ਉਦੋਂ ਬਾਅਦ 'ਚੋਂ ਤੁਸੀਂ ਆਪਣੀ ਵਰਕ ਪਰਮਿਟ ਦੀ ਐਕਸਟੈਂਸ਼ਨ ਵੀ ਪਾ ਸਕਦੇ ਹੋ, ਪਲੱਸ ਤੁਹਾਡੀ ਪੀਆਰ ਦੀ ਫਾਈਲ ਪੈ ਜਾਊਗੀ। ਠੀਕ ਹੈ। ਉਦੋਂ ਬਾਅਦ 'ਚ ਨੋਮੀਨੀ ਵਰਕ ਫੋਰ ਇੰਪਲੋਇਰ ਅੰਡਰ ਟੈਂਪਰੇਰੀ ਵਰਕ ਪਰਮਿਟ ਵਾਈਲ ਪੀਆਰ ਪ੍ਰੋਸੈਸ ਹੁੰਦੀ ਹੈ। ਸੋ ਤੁਸੀਂ ਉਸ ਇੰਪਲੋਇਰ ਦੇ ਕੋਲ ਕੰਮ ਕਰੋਗੇ ਜਾਂ ਫਿਰ ਤੁਹਾਡੇ ਕੋਲ ਮਲਟੀਪਲ ਜੋਬ ਹੈ ਸ਼ੋ ਕਰੋਗੇ, ਜਦੋਂ ਤੱਕ ਤੁਹਾਡੀ ਪੀਆਰ ਪ੍ਰੋਸੈਸ ਨਹੀਂ ਹੋ ਜਾਂਦੀ। ਪਰ ਇੱਥੇ ਇੰਪਲੋਇਰ ਤੁਹਾਨੂੰ ਪੀਆਰ ਲੈ ਕੇ ਦੇਊਗਾ। ਜੇ ਤੁਹਾਡਾ ਵਰਕ ਪਰਮਿਟ ਮੁੱਕਦਾ ਪਿਆ ਵਾ, ਤੁਸੀਂ ਇੱਕ ਵਾਰੀ ਭਾਈ ਤੁਹਾਨੂੰ ਟੈਰੀਟੋਰੀਅਲ ਸਰਟੀਫਿਕੇਟ ਮਿਲ ਗਿਆ, ਪੀਆਰ ਦੀ ਐਪਲੀਕੇਸ਼ਨ ਸਬਮਿਟ ਕਰ ਰਹੇ ਹੋ, ਤਾਂ ਜਿਹੜੀ ਸਪੋਰਟ ਲੈਟਰ ਆਊਗੀ ਵਰਕ ਪਰਮਿਟ ਅਪਲਾਈ ਕਰੋਗੇ, ਉਹਦੇ ਨਾਲ ਤੁਸੀਂ ਬੌਂਡਡ ਹੋ ਜਾਓਗੇ ਉਸ ਇੰਪਲੋਇਰ ਦੇ ਨਾਲ। ਠੀਕ ਹੈ। ਅਤੇ ਉਹਦੇ ਬਾਅਦ 'ਚ ਕੋਈ ਵੀ ਸਾਰੇ ਤੁਹਾਡੇ ਐਡਮਿਸਿਬਿਲਿਟੀ ਚੈੱਕ ਹੁੰਦੇ ਆ ਕਿ ਹਾਂ ਜੀ ਤੁਸੀਂ ਸਿਕਿਉਰਿਟੀ, ਹੈਲਥ, ਕ੍ਰਿਮੀਨੈਲਿਟੀ ਸਾਰੇ ਰੈਕਡ ਤੁਹਾਡੇ ਕਲੀਨ ਨੇ। ਉਹਦੇ ਬਾਅਦ 'ਚ ਤੁਹਾਨੂੰ ਪੀਆਰ ਮਿਲ ਜਾਂਦੀ ਹੈ ਐਂਡ ਦੈਨ ਦਾ ਨੋਮੀਨੀ ਬਿਕਮਸ ਦਾ ਰੈਜ਼ੀਡੈਂਟ ਆਫ ਕੈਨੇਡਾ। ਠੀਕ ਹੈ ਜੀ। ਸੋ ਆਹ ਸੀਗਾ ਯੂਕੌਨ ਦਾ ਨੋਮੀਨੀ ਪ੍ਰੋਗਰਾਮ ਐਕਸਪਲੇਨ। ਹੁਣ ਤੁਹਾਨੂੰ ਪ੍ਰੋਗਰਾਮ ਦੇ ਨਾਮ ਦੱਸਦਾ, ਸਾਰਾ ਕੁਝ ਦੱਸਦਾ। ਇਹਦੇ ਵਿੱਚ ਆਪਣੇ ਕੋਲ 2-3 ਸਟਰੀਮਾਂ ਹੁੰਦੀਆਂ। ਸੋ ਇਹਨਾਂ ਦੀ ਵੈਬਸਾਈਟ ਆ ਗਈ। ਇੱਥੇ ਵਰਕਰ ਐਲੀਜੀਬਿਲਟੀ ਬਹੁਤ ਸਾਰੇ ਨਿਆਣੀ। ਓਕੇ। ਸੋ ਇੱਕ ਇੰਪਲੋਇਰ ਲੱਭਣਾ, ਇੰਪਲੋਇਰ ਨਹੀਂ ਲੱਭਦੇ ਤਾਂ ਤੁਸੀਂ ਐਲੀਜੀਬਲ ਨਹੀਂ ਹੋਣਾ। ਅਤੇ ਗੈਟ ਅ ਜੋਬ ਆਫਰ ਫਰੋਮ ਯੂਕੌਨ ਇੰਪਲੋਇਰ, ਇਟ ਇਜ਼ ਯੋਰ ਰਿਸਪੋਂਸਿਬਿਲਿਟੀ to find employment in Yukon. The program does not play a role in recruitment or maintain list of eligible Yukon employers. So ਤੁਸੀਂ ਜੋਬ ਲੱਭਣੀ ਹੈ ਸੋਲੀ। ਸੋ ਨਾ ਤਾਂ ਯੂਕੌਨ ਤੁਹਾਨੂੰ ਇੰਪਲੋਇਰਾਂ ਦੀ ਲਿਸਟ ਪ੍ਰੋਵਾਈਡ ਕਰੂਗਾ ਅਤੇ ਨਾ ਹੀ ਤੁਹਾਨੂੰ ਜੋਬ ਲੱਭਣ ਦੇ ਵਿੱਚ ਹੈਲਪ ਕਰੂਗਾ, ਉਹ ਤੁਹਾਡਾ ਕੰਮ ਆ। ਅਤੇ ਜੇ ਤੁਹਾਨੂੰ ਇਫ ਯੂ ਡੂ ਰਿਸੀਵ ਅ ਜੋਬ ਆਫਰ ਫਰੋਮ ਯੂਕੌਨ ਇੰਪਲੋਇਰ, employers are not obligated to nominate foreign national under the program and employers cannot directly, ਸੋ ਨਾ ਤਾਂ ਇੰਪਲੋਇਰ ਤੁਹਾਡੇ ਤੋਂ ਪੈਸਾ ਮੰਗ ਸਕਦਾ ਅਤੇ ਨਾ ਹੀ ਕੋਈ ਹੋਰ ਫੇਵਰ। ਠੀਕ ਹੈ ਜੀ। ਸੋ ਜੋਬ ਆਫਰ ਤੁਸੀਂ ਲੈਣੀ ਹੈ ਤਾਂ ਉਹਦੇ ਵਿੱਚ ਕੁਆਲੀਫਾਈ ਕਰਨਾ। ਇਹਦੇ ਵਿੱਚ ਟੀਅਰ 0, 1, 2, 3, 4, 5 ਹਰ ਤਰ੍ਹਾਂ ਦੀ ਪੋਜੀਸ਼ਨ ਕੁਆਲੀਫਾਈ ਕਰਦੀ ਹੈ। ਠੀਕ ਹੈ ਜੀ। ਮੈਂ ਦੱਸਦਾ ਅੱਗੇ ਕਿਵੇਂ। ਸੋ ਯੂਕੌਨ ਨੋਮੀਨੀ ਪ੍ਰੋਗਰਾਮ ਦੀਆਂ ਸਟਰੀਮਾਂ। ਸੋ ਪਹਿਲੀ ਹੈਗੀ ਆ ਕ੍ਰਿਟੀਕਲ ਇੰਪੈਕਟ ਵਰਕਰ। ਸੋ ਕ੍ਰਿਟੀਕਲ ਇੰਪੈਕਟ ਵਰਕਰ ਮੈਂ ਇੱਥੇ ਖੋਲ੍ਹੀ ਹੋਈ ਆ। ਮੈਂ ਐਕਚੁਅਲ ਦੇ ਵਿੱਚ ਨਾ ਸਾਰੇ ਜਿਹੜਾ ਇਹਨਾਂ ਦੇ PDF ਸ਼ੀਟਾਂ ਮੈਂ ਉਹ ਖੋਲ੍ਹੀ ਹੋਈਆਂ ਤਾਂ ਕਿ ਤੁਹਾਨੂੰ ਵਧੀਆ ਤਰੀਕੇ ਨਾਲ ਸਮਝਾ ਸਕਾਂ। ਸੋ ਆਹ ਆ ਗਿਆ ਆਪਣਾ ਕ੍ਰਿਟੀਕਲ ਇੰਪੈਕਟ ਵਰਕਰ, ਜਿਹਦੇ ਵਿੱਚ ਆਪਣੇ ਫੂਡ ਕਾਊਂਟਰ ਵਾਲੇ ਬੰਦੇ ਆ ਗਏ, ਜਨਰਲ ਲੇਬਰ ਵਾਲੇ ਬੰਦੇ ਆ ਗਏ, ਸਾਰੇ ਬੰਦੇ ਆ ਗਏ ਸਕਿਲਡ ਨੂੰ ਛੱਡ ਕੇ। ਤਾਂ ਤੁਸੀਂ ਤੁਹਾਡੇ ਟੀਅਰ 'ਤੇ 4 and 5 ਵਾਲੀ ਜੋਬ ਚੱਲ ਜੂਗੀ। ਠੀਕ ਹੈ। 2025 ਦੇ ਵਿੱਚ ਇਹਨਾਂ ਨੂੰ ਕੋਟੇ ਘੱਟ ਮਿਲੇ ਸੀ, ਮੇਰੇ ਸਾਨੂੰ 200 ਕੁਛ ਐਲੋਕੇਸ਼ਨਾਂ ਸੀ ਇਹਨਾਂ ਦੀਆਂ।
ਮੈਂ ਖੋਲ੍ਹਿਆ ਪੇਜ ਇੱਥੇ ਆ ਰਿਹਾ। ਸੋ ਇਹਨਾਂ ਨੂੰ 215 ਲੋਕੇਸ਼ਨਾਂ ਮਿਲੀਆਂ ਸੀ ਤੇ ਜੋ ਇਹਨਾਂ ਨੇ ਕੰਪਲੀਟ ਕਰ ਲਈਆਂ। ਤੇ ਇੱਕ ਚੀਜ਼ ਹੋਰ, ਯੂਕੋਨ ਉਹ ਪ੍ਰੋਵਿੰਸ ਸੀ ਜਿਨ੍ਹਾਂ ਦੇ ਪਰਮਿਟ ਮੁੱਕਦੇ ਪਏ ਸੀ, ਉਹਨਾਂ ਨੂੰ ਐਕਸਟੈਂਸ਼ਨਾਂ ਦਿੱਤੀਆਂ। ਸੋ ਯੂਕੋਨ ਤੇ ਮੈਨੀਟੋਬਾ ਪ੍ਰੋਵਿੰਸ ਸੀ ਜਿਨ੍ਹਾਂ ਨੇ ਵਰਕਰਾਂ ਦਾ ਸਾਥ ਦਿੱਤਾ। ਸੋ ਇਹ ਤੁਹਾਡਾ ਪਰਮਿਟ ਮੁੱਕਣ ਵਾਲਾ, ਤੁਹਾਡੇ ਕੋਲ ਸਾਲ 1.5 ਸਾਲ ਪਿਆ ਪਰਮਿਟ ਤੇ, ਤੁਸੀਂ ਆਹ ਪ੍ਰੋਵਿੰਸ 'ਚ ਜਾ ਸਕਦੇ ਹੋ। ਬੈਸਟ ਹੈ, ਸਾਥ ਦਿੰਦੇ ਵਰਕਰਾਂ ਦਾ। ਓਕੇ, ਉਹਦਾ ਟੈਰੀਟਰੀ ਹੈ ਯਾਰ। ਇੱਥੇ ਪਹਿਲੇ ਇਹਨਾਂ ਨੂੰ 200-300 ਬੰਦੇ ਦੀ ਲੋੜ ਹੁੰਦੀ ਆ, ਉਹੀ ਕੰਮ ਚੱਲਦਾ ਇਹਨਾਂ ਦਾ। ਜ਼ਿਆਦਾ ਨਾ ਤਾਂ ਘੱਟ ਕਰਦੇ ਆ, ਨਾ ਹੀ ਇਹਨਾਂ ਨੂੰ ਲੋੜ ਆ। ਠੀਕ ਹੈ, ਹੁਣ ਇਹਦੇ ਵਿੱਚ ਕੀ ਆ ਕਿ ਤੁਹਾਨੂੰ ਟੀਅਰ 4 ਐਂਡ 5 ਦੀ ਜੋਬ ਆਫਰ ਚਾਹੀਦੀ ਆ, ਜਿਹੜੀ ਫੁੱਲ ਟਾਈਮ ਪਰਮਾਨੈਂਟ ਜੋਬ ਆਫਰ ਹੋਵੇ। ਤੁਸੀਂ 1 ਸਾਲ ਕੰਮ ਕਰਨਾ ਉਹਦੇ ਤੇ, 1 ਫੁੱਲ ਟਾਈਮ ਬੀ ਆਫਰਡ 1 ਫੁੱਲ ਟਾਈਮ ਇੰਟਰਮੀਡੀਏਟ ਜੋਬ ਆਫਰ ਫॉर ਯੂਕੋਨ EMPLOYER। ਤੇ ਤੁਸੀਂ ਤੁਹਾਡੀ ਇੰਟੈਂਸ਼ਨ ਹੋਵੇ ਯੂਕੋਨ 'ਚ ਸੈਟਲ ਹੋਣ ਦੀ, ਜੋ ਓਬਵੀਅਸਲੀ ਜਨਤਾ ਦੀ ਨਹੀਂ ਹੁੰਦੀ ਕਿ ਆਪਾਂ PR ਲੈਣ ਜਾ ਰਹੇ ਹਾਂ। ਸੋ ਲੈਟਸ ਬੀ ਕਲੀਅਰ ਹੇਅਰ। ਠੀਕ ਹੈ, ਬਟ ਇਹਨਾਂ ਇੰਟੈਂਟ ਟੂ ਸੈਟਲ ਹੋਣਾ ਚਾਹੀਦਾ ਤੁਹਾਡਾ ਕਿ ਹਾਂਜੀ ਤੁਸੀਂ ਯੂਕੋਨ ਵਸਣਾ ਚਾਹੁੰਦੇ, ਫਿਰ ਇਸ ਨੂੰ ਨੋਮੀਨੇਟ ਕਰਨਗੇ। ਠੀਕ ਹੈ, ਉਹਦੇ ਬਾਅਦ ਆਲ ਸਪੋਰਟਿੰਗ ਡਾਕੂਮੈਂਟ ਮਸਟ ਬੀ ਨੋਟਰਾਈਜ਼। ਸੋ ਡਾਕੂਮੈਂਟ ਜਿਹੜੇ ਸਾਰੇ ਹੈਗੇ ਤੁਹਾਡੇ ਨੋਟਰਾਈਜ਼ ਹੋਣੇ ਚਾਹੀਦੇ ਆ। ਡਾਕੂਮੈਂਟਸ ਲੈ ਕੇ ਆ, ਤੇ ਡਾਕੂਮੈਂਟਸ ਇਨ ਦਾ ਲੈਂਗੁਏਜ ਆਫ ਅਦਰ ਦੈਨ ਇੰਗਲਿਸ਼ ਫਰੈਂਚ ਮਸਟ ਬੀ ਟਰਾਂਸਲੇਟਡ। ਸੋ ਜੇ ਮੰਨ ਲਓ ਆਪਣਾ ਕੋਈ ਵੀ ਇੰਡੀਆ ਵਾਲਾ ਡਾਕੂਮੈਂਟ ਹੈਗਾ ਉਹ ਪੰਜਾਬੀ ਦੇ ਵਿੱਚ ਆ, ਜਾਂ ਬਰਥ ਸਰਟੀਫਿਕੇਟ ਪੰਜਾਬੀ ਹਿੰਦੀ 'ਚ, ਉਹ ਟਰਾਂਸਲੇਟ ਕਰਾਉਣਾ ਆਪਾਂ। ਇੰਸ਼ੋਰ ਕਿ ਸਾਡਾ ਡਾਕੂਮੈਂਟ ਅਟੈਚ ਕਰੋ। ਠੀਕ ਹੈ, ਤੇ ਡੈਫੀਨੇਸ਼ਨਸ ਸਭ ਦੇਖਿਆ ਇਹਨਾਂ ਨੇ, ਆ ਗਿਆ। ਸੋ EMPLOYER ਦੀ ਰਿਕੁਆਇਰਮੈਂਟ A1 ਪਹਿਲੇ ਨੰਬਰ 'ਤੇ ਆ ਗਈ। EMPLOYER ਤੁਹਾਡਾ ਕੈਨੇਡੀਅਨ ਸਿਟੀਜ਼ਨ ਜਾਂ PR ਹੋਵੇ। EMPLOYER ਮਸਟ ਹੈਵ ਰਜਿਸਟਰਡ EMPLOYER ਹੋਣਾ ਚਾਹੀਦਾ, ਪਲੱਸ ਆਪਰੇਟ ਕਰਦਾ ਹੋਵੇ ਬਿਜ਼ਨਸ 1 ਸਾਲ ਪੁਰਾਣਾ, ਮਿਨੀਮਮ ਘੱਟੋ ਘੱਟ 1 ਸਾਲ ਪੁਰਾਣਾ ਬਿਜ਼ਨਸ ਹੋਣਾ ਚਾਹੀਦਾ ਯੂਕੋਨ ਦੇ ਵਿੱਚ ਚੱਲਦਾ, ਤੇ ਔਨ ਫੁੱਲ ਟਾਈਮ ਬੇਸਿਸ। ਸੋ ਉਹਦਾ ਬਿਜ਼ਨਸ ਕੈਜੂਅਲ ਨਹੀਂ ਹੋ ਸਕਦਾ, ਪਾਰਟ ਟਾਈਮ ਨਹੀਂ ਹੋ ਸਕਦਾ, ਫੁੱਲ ਟਾਈਮ ਬਿਜ਼ਨਸ ਖੁੱਲ੍ਹਦਾ ਹੋਵੇ, ਹਫ਼ਤੇ 'ਚ 6 ਦਿਨ ਘੱਟੋ ਘੱਟ। ਠੀਕ ਹੈ, ਐਂਡ ਔਰ ਬੀ recognized by the government or body of Yukon, First Nation, municipal or territorial। ਸੋ ਜਾਂ ਤਾਂ ਪੂਰਾ ਫੁੱਲ ਟਾਈਮ ਬਿਜ਼ਨਸ ਖੁੱਲ੍ਹਦਾ ਹੋਵੇ, 1 ਸਾਲ ਪੁਰਾਣਾ ਹੋਵੇ, ਜਾਂ ਫਿਰ ਗੌਰਮੈਂਟ ਆਫ ਯੂਕੋਨ ਵੱਲੋਂ ਰੈਕਗਨਾਈਜ਼ ਹੋਵੇ, ਜਿਵੇਂ ਫਸਟ ਨੇਸ਼ਨ ਆ, ਮਿਊਨਿਸਪਲ ਆ, ਟੈਰੀਟੋਰੀਅਲ ਆ, ਫੈਡਰਲ ਗੌਰਮੈਂਟ ਵੱਲੋਂ ਰੈਕਗਨਾਈਜ਼ ਹੋਵੇ। ਜਿਵੇਂ ਹੁਣ ਉੱਥੇ ਆ ਟੈਰੀਟਰੀ ਹੈ, ਇੱਥੋਂ ਦੇ ਵਸਨੀਕ ਲੋਕ, ਨੇਟਿਵ ਲੋਕ ਰਹਿੰਦੇ ਆ। ਠੀਕ ਹੈ, ਤੇ ਉਹਨਾਂ ਵੱਲੋਂ ਰੈਕਗਨਾਈਜ਼ ਹੋਵੇ। ਦੈਟਸ ਇਟ। EMPLOYER ਮਸਟ ਮੀਟ ਦੀ ਮਿਨੀਮਮ ਰਿਕੁਆਇਰਮੈਂਟ ਆਫ ਟੈਰੀਟੋਰੀਅਲ ਲੇਬਰ ਸਟੈਂਡਰਡ। ਸੋ EMPLOYER ਨੇ ਕੋਈ ਵੀ ਵਾਇਓਲੇਸ਼ਨ ਨਹੀਂ ਕੀਤੀ ਹੋਵੇ, ਜੋ ਜੋਬ ਸਟੈਂਡਰਡ ਨੇ ਉਹ ਸਾਰੇ ਮੀਟ ਕਰਦਾ ਹੋਵੇ ਟੈਰੀਟਰੀ ਦੇ ਹਿਸਾਬ ਨਾਲ। ਜਿਵੇਂ ਹੁਣ ਮੈਨੀਟੋਬਾ ਦੇ ਅਲੱਗ ਨੇ, ਯੂਕੋਨ ਦੇ ਅਲੱਗ ਨੇ, ਪ੍ਰੀਟੀ ਮਚ ਸੇਮ ਹੀ ਹੁੰਦੇ ਆ, 19 ਦਾ ਫਰਕ ਹੁੰਦਾ, ਬਸ ਉਹ ਸਟੈਂਡਰਡ ਮੀਟ ਕਰਦਾ ਹੋਵੇ ਜੋ EMPLOYMENT ਸਟੈਂਡਰਡ ਨੇ। ਠੀਕ ਹੈ, EMPLOYER ਮਸਟ ਹੋਲਡ ਅ ਵੈਲਿਡ ਬਿਜ਼ਨਸ ਲਾਇਸੈਂਸ ਓਬਵੀਅਸਲੀ ਐਂਡ ਬੀ ਰਜਿਸਟਰਡ ਵਿਦ ਦ ਯੂਕੋਨ ਕਾਰਪੋਰੇਟ ਰਜਿਸਟਰ ਹੋਣਾ ਚਾਹੀਦਾ EMPLOYER। ਠੀਕ ਹੈ, ਉਹ ਤੋਂ ਬਾਅਦ 'ਚੋਂ EMPLOYERS ਆਫ ਫੋਰਨ ਨੈਸ਼ਨਲ ਹੂ ਆਰ ਐਗਜ਼ੈਂਪਟ ਫਰੋਮ ਆਹ ਤਾਂ ਐਲਮਈ ਆ। ਜੀ ਮੰਨ ਲਓ ਵੀ ਵਰਕ ਪਰਮਿਟ ਵੀ ਲੈਣਾ ਵਾ, ਸਪੋਰਟ ਲੈਟਰ ਵੀ ਲੈਣੀ ਆ, 230 ਦਾ ਕੰਪਲਾਇੰਸ ਫੀਸ ਭਰਨੀ ਆਪਾਂ ਨੂੰ ਪਤਾ ਵਾ। ਠੀਕ ਹੈ, EMPLOYER ਮਸਟ ਪ੍ਰੋਵਾਈਡ ਹੈਲਥ ਇੰਸ਼ੋਰੈਂਸ, ਆਪਾਂ ਸਾਰਿਆਂ ਨੂੰ ਪਤਾ ਵੀ ਉਹ ਦਊਗਾ। ਫ੍ਰੀ ਟੂ ਨੋਮੀਨੀਜ਼, ਫ੍ਰੀ ਆ, ਸਰਕਾਰ ਵੱਲੋਂ ਹੁੰਦਾ, ਪਰ EMPLOYER ਤੁਹਾਨੂੰ ਦੇਣਾ। EMPLOYER ਮਸਟ ਪੇ for the travel cost of the nominee to come to Yukon from the place of permanent residence। But you know, ਆਹ ਚੀਜ਼ can be complicated ਕਿ ਇਹਦੇ 'ਚ ਲਿਖਿਆ ਹੈ ਕਿ EMPLOYER ਤੁਹਾਨੂੰ ਪੇ ਕਰੇ। ਸੋ ਆ ਕੋਈ ਤੁਹਾਡੇ 'ਤੇ ਰਿਕੁਆਇਰਮੈਂਟ ਨਹੀਂ ਹੈਗੀ ਕਿ EMPLOYER ਨੇ ਤੁਹਾਨੂੰ ਪੇ ਕਰਨੀ ਹੈ ਕਿ ਹਾਂਜੀ ਤੁਸੀਂ ਯੂਕੋਨ 'ਚ ਅਪਲਾਈ ਕਰੋ। ਜੇ EMPLOYER ਪੇ ਕਰਨ ਨੂੰ ਰੈਡੀ ਆ, ਦੈਟਸ ਵੈਲ ਐਂਡ ਗੁੱਡ, ਪਰ ਆਪਣਾ ਮਕਸਦ ਹੈ ਕਿ ਆਪਾਂ ਨੂੰ ਜੋਬ ਆਫਰ ਮਿਲ ਜੇ, ਨੋਮੀਨੇਸ਼ਨ ਮਿਲ ਜੇ, ਜਿਹੜੀ ਜਹਾਜ਼ ਦੀ ਟਿਕਟ ਅਸੀਂ ਲਾ ਦਾਂਗੇ। ਸੋ ਇਟਸ ਨਾਟ ਅ ਬਿਗ ਡੀਲ। ਉਹਦੇ ਵਿੱਚ ਰਿਟਰਨ ਟਰਾਂਸਪੋਰਟੇਸ਼ਨ ਨਹੀਂ ਚਾਹੀਦੀ ਸਾਨੂੰ। EMPLOYER ਮਸਟ ਵੈਰੀਫਾਈ ਪ੍ਰੀਵੀਅਸ ਵਰਕ ਐਕਸਪੀਰੀਅੰਸ ਐਂਡ ਕੁਆਲੀਫਿਕੇਸ਼ਨ। EMPLOYER ਨੇ ਤੁਹਾਡੀ ਪ੍ਰੀਵੀਅਸ ਵਰਕ ਐਕਸਪੀਰੀਅੰਸ ਕੁਆਲੀਫਿਕੇਸ਼ਨ ਚੈੱਕ ਕਰਨੀ ਹੈ। ਜੇ ਤੁਸੀਂ ਉਹ ਐਕਸਪੀਰੀਅੰਸ ਯੂਜ਼ ਕਰਦੇ ਪਏ ਹੋ, ਜਾਂ ਫਿਰ ਉਹ ਪੋਜੀਸ਼ਨ ਤੁਸੀਂ ਸਪੈਸੀਫਿਕਲੀ ਟਾਰਗੇਟ ਕਰਦੇ ਪਏ ਹੋ, ਅਤੇ ਤੁਸੀਂ ਕਹਿ ਰਹੇ ਹੋ ਕਿ ਮੇਰੇ ਐਕਸਪੀਰੀਅੰਸ ਹੈਗਾ, ਲਾਇਸੈਂਸ ਹੈਗਾ, ਸਰਟੀਫਿਕੇਟ ਹੈਗਾ, ਉਹਨੇ ਵੈਰੀਫਾਈ ਕਰਨੇ। ਠੀਕ ਹੈ, EMPLOYER ਮਸਟ ਅਟੈਂਡ ਏ ਸਕਰੀਨਿੰਗ ਇੰਟਰਵਿਊ ਵਿਦ ਫੋਰਨ ਨੈਸ਼ਨਲ। ਸੋ ਉਹਨੇ ਤੁਹਾਡੇ ਨਾਲ ਇੱਕ ਇੰਟਰਵਿਊ ਕਰਨੀ ਹੈ ਕਿ ਹਾਂਜੀ ਤੁਸੀਂ ਸਾਰਾ ਕੁਝ ਗੁੱਡ ਨੋਨ ਜੈਨੂਨ ਬੰਦੇ ਹੋ। ਐਂਡ ਦਾ ਇਮੀਗ੍ਰੇਸ਼ਨ ਯੂਨਿਟ ਇਫ ਰਿਕੁਐਸਟਡ, ਜੇ ਇਮੀਗ੍ਰੇਸ਼ਨ ਨੂੰ ਰਿਕੁਐਸਟ ਕਰਦੀ ਹੈ ਤਾਂ ਉਹ ਵੀ ਇੰਟਰਵਿਊ ਹੋਊਗਾ EMPLOYER ਦਾ। EMPLOYER ਮਸਟ ਮੀਟ ਔਰ ਐਕਸੀਡ ਯੂਕੋਨ ਮੀਡੀਅਨ ਵੇਜ, ਮਸਟ ਮੀਟ ਔਰ ਐਕਸੀਡ ਦੀ ਯੂਕੋਨ ਮੀਡੀਅਨ ਵੇਜ ਫॉर ਦਾ ਨੌਕ। ਸੋ ਜਿਹੜੇ ਵੀ ਨੌਕ ਤੁਹਾਨੂੰ ਦੇ ਰਿਹਾ ਉਹਦੀ ਮੀਡੀਅਨ ਵੇਜ ਯੂਕੋਨ ਦੀ ਹੈਗੀ ਆ, ਹੁਣ ਦੇਣੀ ਪੈਣੀ ਹੈ, ਉਹ ਤੋਂ ਵੱਧ ਦੇਣੀ ਪੈਣੀ ਹੈ। ਠੀਕ ਹੈ ਜੀ, ਤੇ ਇਫ ਦਾ ਵੇਜ ਇਨਫੋਰਮੇਸ਼ਨ ਆਫ ਦਾ ਨੌਕ ਇਜ਼ ਨਾਟ ਅਵੇਲੇਬਲ ਫॉर ਯੂਕੋਨ ਰੈਫਰ ਟੂ ਨਾਰਦਰਨ BC ਵੇਜਸ। ਸੋ ਜੇ ਤੁਹਾਨੂੰ ਤੁਹਾਡੀ ਜਿਹੜੀ ਜੋਬ ਟਾਈਟਲ ਆਫਰ ਹੋ ਰਹੀ ਹੈ, ਨੌਕ ਆਫਰ ਹੋ ਰਿਹਾ, ਉਹਦੀ ਮੀਡੀਅਨ ਵੇਜ ਯੂਕੋਨ ਦੀ ਵੈਬਸਾਈਟ 'ਤੇ ਨਹੀਂ ਮਿਲਦੀ ਪਈ, ਤੁਸੀਂ ਰੈਫਰ ਕਰ ਸਕਦੇ ਹੋ ਨਾਰਦਰਨ BC ਨੂੰ। ਅਤੇ ਆਹ ਨੀਚੇ ਇਹਨਾਂ ਨੇ ਲਿਸਟ ਕੀਤਾ ਕਿ ਨਾਰਥ ਕੋਸਟ, ਨਕਚੀਟੋ, ਨੈਕ ਚਾਕੋ, ਨਾਰਥ ਈਸਟ, ਬ੍ਰਿਟਿਸ਼ ਕੋਲੰਬੀਆ। ਅਤੇ ਉਹਦੇ ਬਾਅਦ 'ਚੋਂ EMPLOYER ਦੇ ਡਾਕੂਮੈਂਟ ਦੀ ਰਿਕੁਆਇਰਮੈਂਟ ਕੀ ਆ, ਉਹਨੇ ਤੁਹਾਨੂੰ ਕਾਪੀ ਬਿਜ਼ਨਸ ਲਾਇਸੈਂਸ ਦੀ ਦੇਣੀ ਆ,
ਇੱਕ ਕਾਪੀ ਆਫ ਯੂਕੋਨ ਕਾਰਪੋਰੇਟ ਰਜਿਸਟਰੀ ਵਿਦ ਫੈਡਰਲ ਗਵਰਨਮੈਂਟ ਵਾਲੀ ਦੇਣੀ ਉਹਨੇ ਕਾਪੀ ਤੁਹਾਨੂੰ, ਤੇ ਯੂਜ਼ ਆਫ ਰੈਪਰੈਜ਼ੈਂਟੇਟਿਵ ਫਾਰਮ, ਜੇ ਉਹ ਬੰਦਾ ਕਿਸੇ ਬੰਦੇ ਤੋਂ ਕੰਮ ਕਰਵਾ ਰਿਹਾ ਉਹਦੇ ਵਾਲਾ ਫਾਰਮ ਦੇਣਾ ਉਹਨੇ ਕਿ ਹਾਂਜੀ ਯੂਜ਼ ਆਫ ਰੈਪਰੈਜ਼ੈਂਟੇਟਿਵ ਫਾਰਮ। ਇੰਪਲੋਇਰ ਮਸਟ ਐਡਵਰਟਾਈਜ਼, ਉਹਨੇ ਜੋਬ ਐਡਵਰਟਾਈਜ਼ ਕਰਨੀ ਆ, ਠੀਕ ਹੈ। ਉਹਨੇ ਦਿਖਾਉਣਾ ਮੈਂ ਕਿ ਮੈਂ 4 ਹਫ਼ਤੇ 1 ਮਹੀਨਾ ਐਡਵਰਟਾਈਜ਼ ਕੀਤੀ ਸੀ ਤੁਹਾਨੂੰ ਜੋਬ ਦੇਣ ਤੋਂ ਪਹਿਲਾਂ, ਤਾਂ ਉਹਨੇ 3 ਉਹ ਦਿਖਾਉਣੀਆਂ ਫਾਰਮ ਆਫ ਐਡਵਰਟਾਈਜ਼ਮੈਂਟ। ਫੋਰ ਐਗਜ਼ਾਮਪਲ ਜੋਬ ਬੈਂਕ ਤੇ ਯੂਵਿਨ ਆ, ਇੰਪਲੋਇਮੈਂਟ ਸਟੈਂਡਰਡ ਆ, ਕਿਤੇ ਵੀ 3 ਸਾਈਟਾਂ ਤੇ, ਇੰਡੀਡ ਤੇ ਦਿਖਾ ਸਕਦਾ, ਠੀਕ ਹੈ, ਕਿ ਜੀ ਤੇ ਨਹੀਂ। ਐਡਵਰਟਾਈਜ਼ਮੈਂਟ ਮਸਟ ਬੀ ਕਲੀਅਰਲੀ ਸਪੈਸੀਫਾਈ ਦ ਜੋਬ ਡਿਊਟੀਜ਼, ਸੋ ਜਿਹੜੀ ਉਹਨਾਂ ਐਡਵਰਟਾਈਜ਼ਮੈਂਟ ਆ ਇੰਪਲੋਇਰ ਦੀ ਰਿਕੁਆਇਰਮੈਂਟ ਆ। ਬਸ ਇੰਪਲੋਇਰ ਨੇ ਬੇਸਿਕਲੀ ਦਿਖਾਉਣਾ ਕਿ ਮੈਂ ਜੋਬ ਦੇਣ ਲਈ ਪਹਿਲਾਂ ਕੈਨੇਡੀਅਨ ਬੰਦੇ ਲੱਭਣ ਦੀ ਕੋਸ਼ਿਸ਼ ਕੀਤੀ, 1 ਮਹੀਨਾ ਮੈਂ ਐਡ ਵੀ ਚਲਾਈ, ਮੇਰੇ ਬਿਜ਼ਨਸ ਨੂੰ ਬੰਦੇ ਦੀ ਲੋੜ ਆ, ਮੈਂ 3 ਥਾਵਾਂ 'ਤੇ ਐਡ ਚਲਾਈ, ਮੈਨੂੰ ਨਹੀਂ ਮਿਲਿਆ ਤਾਂ ਕਰਕੇ ਮੈਂ ਤੁਹਾਨੂੰ ਜੋਬ ਦੇ ਰਿਹਾ, ਸਿੰਪਲ, ਠੀਕ ਹੈ। ਇੰਪਲੋਇਰ ਮਸਟ ਹੁਣ ਕੋਈ ਆ ਗਈ ਫਿਰ ਜੋਬ ਬੈਂਕ ਵਾਲਾ ਸੀਨ, ਜੋਬ ਬੈਂਕ 'ਤੇ ਪਾਉਣੀ ਆ, ਫਿਰ ਯੂਵਿਨ ਆ, ਇੰਡੀਡ ਤੁਹਾਨੂੰ ਮੈਂ ਪਹਿਲਾਂ ਦੱਸਿਆ, ਇੰਪਲੋਇਮੈਂਟ ਸੈਂਟਰ। ਐਕਚੁਅਲੀ 3 ਸਾਈਟਾਂ 'ਤੇ ਤੁਹਾਨੂੰ ਜੋਬਾਂ ਵਧੀਆ ਮਿਲ ਜਾਂਦੀਆਂ, ਇੰਡੀਡ ਓਕੇ ਯੂਵਿਨ ਅਤੇ ਇੰਪਲੋਇਮੈਂਟ ਸੈਂਟਰ ਆ, ਤੁਹਾਨੂੰ ਮੈਂ ਦੱਸਦਾ, ਮੈਂ ਤੁਹਾਡੇ ਲਈ ਖੋਲ੍ਹ ਕੇ ਰੱਖਿਆ ਆ, ਤੁਸੀਂ ਬਹੁਤ ਸੌਖੇ ਤਰੀਕੇ ਨਾਲ ਜੋਬ ਲੱਭ ਸਕਦੇ ਹੋ, ਠੀਕ ਹੈ। ਵੇਟ ਓਕੇ, ਹੁਣ ਫੋਰਨ ਨੈਸ਼ਨਲ ਤੁਹਾਡੀ ਕੀ ਰਿਕੁਆਇਰਮੈਂਟ ਆ? ਫੋਰਨ ਨੈਸ਼ਨਲ ਮਸਟ ਹੈਵ ਐਜੂਕੇਸ਼ਨ ਵਰਕ ਐਕਸਪੀਰੀਅੰਸ ਦੈਟ ਸੈਟਿਸਫਾਈ ਦਾ ਰਿਕੁਆਇਰਮੈਂਟ ਆਫ ਦਾ ਜੋਬ। ਤੁਹਾਡੇ ਕੋਲ ਜਿਹੜੀ ਜੋਬ ਮਿਲਦੀ ਪਈ ਆ ਉਹਦਾ ਐਕਸਪੀਰੀਅੰਸ ਹੋਵੇ ਜਾਂ ਫਿਰ ਕੋਈ ਐਜੂਕੇਸ਼ਨ ਹੋਵੇ, ਪਰ ਜੇ ਟੀਅਰ 4-5 ਦੀ ਜੋਬ ਆ ਤਾਂ ਤੁਹਾਨੂੰ ਕੋਈ ਐਵੇਂ ਦੀ ਚੱਕਰ ਦੀ ਲੋੜ ਨਹੀਂ। ਫੋਰਨ ਨੈਸ਼ਨਲ ਮਸਟ ਡੈਮੋਨਸਟ੍ਰੇਟ 6 ਮਹੀਨੇ ਦਾ ਰਿਲੇਟਡ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ। ਫੋਰਨ ਨੈਸ਼ਨਲ ਇਜ਼ ਰਿਕੁਆਇਰਡ ਟੂ ਓਬਟੇਨ ਏ CLB4 ਇਨ ਇੰਗਲਿਸ਼ ਔਰ ਫਰੈਂਚ। ਟੀਅਰ 4 ਐਂਡ 5 ਲਈ ਤੁਹਾਨੂੰ CLB4 ਚਾਹੀਦੇ ਆ, ਅਤੇ ਟੀਅਰ 1 2 3 ਲਈ ਤੁਹਾਨੂੰ CLB5 ਜਾਂ 6 ਚਾਹੀਦਾ, ਤੁਹਾਨੂੰ ਮੈਂ ਦੱਸਦਾ ਅੱਗੇ, ਉਹ ਆਪਾਂ ਹੁਣ ਕ੍ਰਿਟੀਕਲ ਵਾਲੇ ਪ੍ਰੋਗਰਾਮ ਦੇ ਵਿੱਚ ਆ। ਫੋਰਨ ਨੈਸ਼ਨਲ ਇਜ਼ ਇਨ ਕੈਨੇਡਾ ਐਜ਼ ਸਟੂਡੈਂਟ ਵੀਜ਼ਾ must demonstrate they have completed the requirement study program before YPN can be submitted। so ਜੇ ਤੁਸੀਂ ਕੈਨੇਡਾ ਸਟੱਡੀ ਵੀਜ਼ੇ 'ਤੇ ਹੋ ਤਾਂ ਤੁਹਾਨੂੰ ਸ਼ੋਅ ਕਰਨਾ ਪੈਣਾ ਕਿ ਤੁਸੀਂ ਪੜ੍ਹਾਈ ਕੰਪਲੀਟ ਕਰ ਲਈ ਹੈ, ਓਕੇ ਜੀ। ਐਨੀ ਫੋਰਨ ਨੈਸ਼ਨਲ ਹੂ ਇਜ਼ ਕਰੰਟਲੀ ਇਨ ਕੈਨੇਡਾ ਮਸਟ ਮੇਨਟੇਨ ਅ ਲੀਗਲ ਸਟੇਟਸ ਥਰੂ ਆਊਟ ਦੀ ਯੂਕੋਨੋਮੀ ਪ੍ਰੋਗਰਾਮ। ਸੋ ਤੁਸੀਂ ਤੁਹਾਡੀ ਫਾਈਲ ਚੱਲਦੀ ਪਈ ਲੀਗਲ ਸਟੇਟਸ ਤੁਸੀਂ ਮੇਨਟੇਨ ਕਰਨਾ, ਠੀਕ ਹੈ। ਸੋ ਜੇ ਤੁਹਾਨੂੰ ਸਪੋਰਟ ਲੈਟਰ ਦੀ ਲੋੜ ਆ, ਪਰਮਿਟ ਮੁੱਕਦਾ ਪਿਆ, ਉਹ ਚੀਜ਼ ਤੁਸੀਂ ਰਿਕੁਐਸਟ ਕਰਵਾਉਣੀ ਹੈ ਇੰਪਲੋਇਰ ਨੂੰ ਕਹਿ ਕੇ, ਕਿਸੇ ਨੇ ਤੁਹਾਡੇ ਲਈ ਨਹੀਂ ਕਰਨਾ। ਸੋ ਯੂ ਮੇਕ ਸ਼ੋਰ ਕਿ ਤੁਹਾਡਾ ਲੀਗਲ ਸਟੇਟਸ ਤੁਸੀਂ ਮੇਨਟੇਨ ਕਰੋ। ਡਾਕੂਮੈਂਟ ਦੇ ਵਿੱਚ ਤੁਹਾਨੂੰ ਜੋਬ ਲੈਟਰ ਚਾਹੀਦੀ ਆ, ਜਿਹਦੇ ਵਿੱਚ ਸਟਾਰਟ ਡੇਟ, ਐਂਡ ਡੇਟ ਲਿਖਿਆ ਹੋਵੇ, ਜੋਬ ਟਾਈਟਲ, ਜੋਬ ਡਿਊਟੀਜ਼, ਕੰਟੈਕਟ ਇਨਫੋਰਮੇਸ਼ਨ। ਉਹ ਤੋਂ ਬਾਅਦ 'ਚ ਐਡੀਸ਼ਨਲ ਡਾਕੂਮੈਂਟ ਦੇ ਵਿੱਚ ਤੁਹਾਡੇ ਪੇ ਸਟੱਬ ਆ ਗਏ, ਇਨਕਮ ਟੈਕਸ ਰੈਕਡ ਆ ਗਏ, ਅਦਰ ਆ ਗਏ। ਉਹ ਤੋਂ ਬਾਅਦ 'ਚੋਂ ਫੋਰਨ ਨੈਸ਼ਨਲ ਮਸਟ ਪ੍ਰੋਵਾਈਡ, ਤੁਹਾਨੂੰ ਪੜ੍ਹਾਈ ਵਾਲੇ ਸਾਰੇ ਪ੍ਰੂਫ ਉਹ ਆ ਗਏ। ਮਸਟ ਪ੍ਰੋਵਾਈਡ ਇਨ ਐਡੀਸ਼ਨ ਟੂ ਐਜੂਕੇਸ਼ਨ ਕ੍ਰੈਡੈਂਸ਼ੀਅਲ, ਸੋ ਨੇਮ ਆਫ ਆਰਗੇਨਾਈਜੇਸ਼ਨ, ਫਿਜ਼ੀਕਲ ਐਡਰੈਸ, ਈਮੇਲ ਐਡਰੈਸ, ਤੁਹਾਡੇ ਕਾਲਜ ਦਾ ਜਿੱਥੇ ਪੜ੍ਹਾਈ ਕੀਤੀ ਆ। ਉਹਦੇ ਬਾਅਦ 'ਚ ਮਸਟ ਪ੍ਰੋਵਾਈਡ ਸਰਟੀਫਿਕੇਟ ਆਫ ਐਸਟੈਬਲਿਸ਼ਮੈਂਟ ਗੁੱਡ ਸਟੈਂਡਿੰਗ ਆਫ ਯਰ ਬਿਜ਼ਨਸ ਫੋਰ ਦਾ ਪੀਰੀਅਡਸ ਆਫ ਸੈਲਫ ਇੰਪਲੋਇਮੈਂਟ। ਤਾਂ ਜੇ ਤੁਸੀਂ ਸੈਲਫ ਇੰਪਲੋਇਡ ਸੀਗੇ ਤਾਂ ਤੁਸੀਂ ਉਹ ਦਿਖਾਉਣਾ ਵਾ ਕਿ ਤੁਹਾਡਾ ਬਿਜ਼ਨਸ ਗੁੱਡ ਸਟੈਂਡਿੰਗ 'ਚ ਸੀਗਾ। ਫੋਰਨ ਨੈਸ਼ਨਲ ਮਸਟ ਪ੍ਰੋਵਾਈਡ ਵੈਲਿਡ ਕੋਈ ਲੈਂਗੁਏਜ, ਆਈਲੈਟਸ, ਸੈਲਫ ਟੈਫ, ਜੋ ਵੀ ਦੇਣਾ। ਇੱਕ ਚੀਜ਼ ਹੋਰ ਆ, ਜੇ ਤੁਸੀਂ ਯੂਕੋਨ 'ਚ ਪੜ੍ਹਾਈ ਕਰਦੇ ਹੋ ਜਾਂ ਫਿਰ 1 ਸਾਲ ਕੰਮ ਕਰਦੇ ਹੋ ਅਤੇ ਜਾਂ ਫਿਰ ਤੁਹਾਨੂੰ ਫਰੈਂਚ ਆਉਂਦੀ ਹੈ, ਸੋ ਇਹਨਾਂ ਤਿੰਨਾਂ ਦੇ ਵਿੱਚ ਤੁਹਾਡੇ ਕੋਲ ਇੱਕ ਵੀ ਚੀਜ਼ ਹੈਗੀ, ਤੁਹਾਡੇ ਨੋਮੀਨੇਟ ਹੋਣ ਦੇ ਚਾਂਸ ਬਹੁਤ ਗੁੱਡ ਨੇ, ਸਿੰਪਲ, ਠੀਕ ਹੈ। ਫੋਰਨ ਨੈਸ਼ਨਲ ਮਸਟ ਪ੍ਰੋਵਾਈਡ ਏ ਵੈਲਿਡ ਐਂਡ ਨੋਟਰਾਈਜ਼ ਡਾਕੂਮੈਂਟ ਪ੍ਰੋਵਾਈਡ ਕਰਨੇ ਆਪਣਾ, ਤੁਹਾਡਾ ਪਾਸਪੋਰਟ ਵਗੈਰਾ, ਨੋਟਰਾਈਜ਼ ਕਾਪੀ ਆਫ ਟੈਂਪਰੇਰੀ ਰੈਜ਼ੀਡੈਂਟ ਡਾਕੂਮੈਂਟ, ਜਿਹੜੇ ਤੁਹਾਡੇ ਵਰਕ ਪਰਮਿਟ ਆ, ਸਟੱਡੀ ਪਰਮਿਟ, ਸਾਰਾ ਕੁਛ, ਵਿਜ਼ਟਰ ਰੈਕਡ, ਉਹ ਸਾਰੀਆਂ ਚੀਜ਼ਾਂ ਤੁਸੀਂ ਨੋਟਰਾਈਜ਼ ਕਰਵਾ ਕੇ ਦੇਣੀਆਂ। ਫੋਰਨ ਨੈਸ਼ਨਲ ਮਸਟ ਪ੍ਰੋਵਾਈਡ ਏ ਨੋਟਰਾਈਜ਼ ਕਾਪੀ ਆਫ ਸਪਾਊਸ, ਤੁਹਾਡਾ ਸਪਾਊਸ ਹੈਗਾ, ਮੈਰਿਜ ਸਰਟੀਫਿਕੇਟ ਹੈਗਾ, ਉਹ ਦੇਣੇ ਤੁਸੀਂ। ਨੋਟਰਾਈਜ਼ ਕਾਪੀ ਆਫ ਕਾਮਨ ਲਾਅ ਪਾਰਟਨਰ, ਠੀਕ ਹੈ, ਕਾਮਨ ਲਾਅ ਪਾਰਟਨਰ ਅਗੇਨ। ਉਹਦੇ ਬਾਅਦ 'ਚੋਂ ਕੋਈ ਵੀ ਤੁਹਾਡੀ ਲੀਜ਼ ਆ, ਰੈਂਟਲ ਐਗਰੀਮੈਂਟ ਆ, ਉਹ ਦੇਣੇ ਤੁਸੀਂ। ਆਪਣੇ ਬਿਜਲੀ ਦੇ ਬਿੱਲ ਦੇ ਸਕਦੇ ਹੋ, ਠੀਕ ਹੈ, ਗੈਸ, ਇਲੈਕਟ੍ਰੀਸਿਟੀ, ਟੈਲੀਫੋਨ, ਜੁਆਇੰਟ ਯੂਟਿਲਿਟੀ ਅਕਾਊਂਟ, ਅਤੇ ਬਾਅਦ 'ਚ ਤੁਹਾਡਾ ਲਾਇਸੈਂਸ, ਇੰਸ਼ੋਰੈਂਸ ਪੋਲਿਸੀ, ਕੁਛ ਵੀ ਹੈਗਾ ਵੀ ਇਹ ਜਿੰਨੇ ਹੋ ਸਕਿਆ ਤੁਹਾਡੀ ਇਨਫੋਰਮੇਸ਼ਨ ਦੇ ਡਾਕੂਮੈਂਟ ਅਸੀਂ ਦੇਣੇ ਆ, ਬਸ ਸਾਰੇ ਡਾਕੂਮੈਂਟ ਸਬਮਿਟ ਕਰ ਦੇਣੇ ਆ। ਅਤੇ ਜੇ ਕੱਲ੍ਹ ਤੁਹਾਡਾ ਜਵਾਬ ਜੂਖ ਹੈਗਾ ਉਹਦੇ ਵੀ। ਅਤੇ ਇਨਕੰਪਲੀਟ ਐਪਲੀਕੇਸ਼ਨ, ਮਿਸਿੰਗ ਆਪਰੇਸ਼ਨ ਨਹੀਂ, ਜੇ ਕੋਈ ਵੀ ਡਾਕੂਮੈਂਟ ਮਿਸਿੰਗ ਆ ਤਾਂ ਤੁਹਾਨੂੰ 30 ਦਿਨ ਦਿੱਤੇ ਜਾਣਗੇ ਔਰ ਡਾਕੂਮੈਂਟ ਸਬਮਿਟ ਕਰਨ ਲਈ, ਸਿੰਪਲ। ਉਹਦੇ ਬਾਅਦ 'ਚ ਪੋਸਟ ਨੋਮੀਨੇਸ਼ਨ ਅਪਰੂਵਲ, ਉਹ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਉਹਦੇ ਬਾਅਦ ਤੁਸੀਂ TPA ਸਾਈਨ ਕਰਨਾ ਵਾ ਉਧਰ ਟੈਰੀਟਰੀ ਦੇ ਨਾਲ, ਅਤੇ ਫਿਰ ਤੁਹਾਡੀ PR ਫਾਈਲ ਹੋ ਜੂਗੀ, ਠੀਕ ਹੈ। ਸੋ ਆਹ ਸੀਗਾ ਕ੍ਰਿਟੀਕਲ ਵਰਕਰ ਪ੍ਰੋਗਰਾਮ, ਜਿਹਦੇ ਵਿੱਚ ਤੁਹਾਨੂੰ ਚਾਹੀਦਾ 12 ਮਹੀਨੇ ਦਾ ਐਕਸਪੀਰੀਅੰਸ ਟੀਅਰ 4-5 ਵਾਲਾ। ਉਹਦੇ ਬਾਅਦ ਸਕਿਲਡ ਵਰਕਰ ਆ ਗਿਆ, ਆਪੇ ਇਤਨੀ ਹੈਗਾ ਨੂੰ ਬੰਦ ਕਰ ਦਈਏ। ਸੋ ਸਕਿਲਡ ਵਰਕਰ ਆ ਰਹੇ ਨੇ, ਖੋਲਦੇ ਆ, ਆ ਰਿਹਾ। ਸੋ ਆ ਗਏ ਸਕਿਲਡ ਵਰਕਰ ਦੀ ਸਟਰੀਮ, ਜਿਹਦੇ ਵਿੱਚ ਆਪਣੇ ਆ ਜਾਣਗੇ ਟੀਅਰ 0 1 2 3 ਦੀਆਂ ਪੋਜੀਸ਼ਨਾਂ। ਸੋ ਜਿਹੜਾ ਕ੍ਰਿਟੀਕਲ ਸੀ, ਕ੍ਰਿਟੀਕਲ ਦੇ ਵਿੱਚ ਸਿਰਫ ਸੀਗੀ ਟੀਅਰ 4 ਐਂਡ 5, ਇਹਦੇ ਵਿੱਚ ਆ ਗਿਆ ਟੀਅਰ 1 2 3
0 1 2 3 ਠੀਕ ਹੈ। ਸੋ ਸਕਿਲਡ ਵਾਲੇ ਜੋਬਾਂ ਇਹਦੇ ਵਿੱਚ ਤੁਹਾਨੂੰ ਇੱਕ ਫੁੱਲ ਟਾਈਮ ਜੋਬ ਆਫਰ ਚਾਹੀਦਾ ਜਿਹੜੀ ਜੋਬ ਕੰਟੀਨਿਊਸ ਹੋਵੇ, ਕੋਈ ਵੀ ਉਹਦੇ ਵਿੱਚ ਪਾਰਟ ਟਾਈਮ ਕੈਜੂਅਲ ਵਾਲਾ ਸੀਨ ਨਾ ਹੋਵੇ, ਠੀਕ ਹੈ। ਇੰਟੈਂਟ ਟੂ ਸੈਟਲ ਇਨ ਯੂਕੋਨ ਹੋਣਾ ਚਾਹੀਦਾ ਤੁਹਾਡਾ। ਤੇ ਬਾਕੀ ਪ੍ਰੀਟੀ ਮਚ ਚੀਜ਼ਾਂ ਸਾਰੀਆਂ ਸੇਮ ਨੇ ਇਹਦੇ ਵਿੱਚ, ਸਾਰੀਆਂ ਸੇਮ ਨੇ ਜਿਹੜੇ ਤੁਹਾਨੂੰ ਪਹਿਲਾਂ ਪੜ੍ਹ ਕੇ ਸੁਣਾਈਆਂ, ਠੀਕ ਹੈ। ਇਹਦੇ ਵਿੱਚ ਕੋਈ ਵੀ ਚੀਜ਼ ਡਿਫਰੈਂਟ ਨਹੀਂ ਹੈਗੀ। ਤੇ ਹੁਣ ਆਪਾਂ ਚੱਲਦੇ ਹਾਂ ਆ ਰਿਹਾ। ਸੋ ਯੂ ਕੈਨ ਵਜੋਂ ਫਿਰ ਆ ਜਾਂਦੀ ਐਕਸਪ੍ਰੈਸ ਐਂਟਰੀ ਸਟਰੀਮ, ਜਿਹਦੇ ਵਿੱਚ ਤੁਹਾਡੀ ਸਿਰਫ ਟੀਅਰ 0 1 2 3 ਦੀ ਪੋਜੀਸ਼ਨ ਚੱਲੂਗੀ ਤੇ ਆਹ ਤੈਨੂੰ ਚੀਜ਼ ਪ੍ਰੋਗਰਾਮ ਟਾਰਗੇਟ ਕਰ ਸਕਦਾ ਐਕਸਪ੍ਰੈਸ ਐਂਟਰੀ ਦੇ ਐਕਸਪੀਰੀਅੰਸ ਕਲਾਸ, ਫੈਡਰਲ ਸਕਿਲਡ ਵਰਕਰ ਤੇ ਫੈਡਰਲ ਸਕਿਲ ਟ੍ਰੇਡ ਪ੍ਰੋਗਰਾਮ, ਠੀਕ ਹੈ। ਤੇ ਉਹ ਸਾਰੀਆਂ ਜਿਹੜੀਆਂ ਇੰਪਲੋਇਰ ਦੀ ਰਿਕੁਆਇਰਮੈਂਟ ਆ ਤੁਹਾਨੂੰ ਮੈਂ ਸਾਰੇ ਪੇਜਾਂ ਤੋਂ ਪੜ੍ਹ ਕੇ ਦੱਸਦੇ ਹਾਂ। ਸੋ ਇਹਦੇ ਵਿੱਚ ਕੋਈ ਤੁਹਾਨੂੰ ਚੱਕਰ ਨਹੀਂ ਹੈਗਾ। ਫੋਰਨ ਨੈਸ਼ਨਲ ਰਿਕੁਆਇਰਮੈਂਟ, ਹੈਵ ਏ ਵੈਲਿਡ ਐਕਸਪ੍ਰੈਸ ਐਂਟਰੀ ਪ੍ਰੋਫਾਈਲ, ਜੋਬ ਆਫਰ ਚਾਹੀਦਾ ਤੁਹਾਡੇ ਕੋਲ 6 ਮਹੀਨੇ ਦਾ ਰੈਲੇਵੈਂਟ ਐਕਸਪੀਰੀਅੰਸ ਚਾਹੀਦਾ ਤੇ ਲੈਵਲ 5 ਟੀਅਰ ਔਰ ਤੁਹਾਨੂੰ CLB 5 ਚਾਹੀਦੀ ਹੈ ਟੀਅਰ 2 3 ਦੀ ਪੋਜੀਸ਼ਨ ਲਈ, CLB 7 ਚਾਹੀਦੀ ਹੈ ਟੀਅਰ 0 1 ਦੀ ਪੋਜੀਸ਼ਨ ਲਈ। ਤੇ ਆਹ ਵਾ ਮੇਨਲੀ ਤੇ ਬਾਕੀ ਤੁਹਾਡੇ ਡਾਕੂਮੈਂਟ ਦੀ ਰਿਕੁਆਇਰਮੈਂਟ ਤੁਹਾਨੂੰ ਪਹਿਲਾਂ ਦੱਸਤਾ, ਸਾਰੇ ਚੀਜ਼ਾਂ ਨੋਟਰਾਈਜ਼ ਕਰਵਾਉਣੀ ਤੁਸੀਂ। ਤੇ ਆ ਐਕਸਪ੍ਰੈਸ ਐਂਟਰੀ ਦਾ ਪ੍ਰੋਸੈਸ ਆ ਵੀ ਸਾਰਾ ਕਲੀਅਰ ਤੁਹਾਡੇ ਨਾਲ, ਕੋਈ ਚੱਕਰ ਨਹੀਂ ਇਹਦਾ। ਤੇ ਇਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ 2025 ਦੇ ਵਿੱਚ ਇਹਨਾਂ ਨੇ ਸਿਰਫ 2 ਇਨਟੇਕ ਖੋਲ੍ਹੇ ਸੀ। ਇੱਕ ਇਨਟੇਕ ਸੀਗਾ ਇਹਨਾਂ ਨੇ ਓਪਨ ਕੀਤਾ 31 ਮਾਰਚ ਨੂੰ 9 ਵਜੇ ਤੇ ਦੂਸਰਾ ਇਹਨਾਂ 2 ਅਪ੍ਰੈਲ 22 4:30 ਵਜੇ। ਸੋ ਇਹਨਾਂ ਨੇ ਮਾਰਚ ਤੋਂ ਲੈ ਕੇ 31 ਮਾਰਚ ਤੋਂ ਲੈ ਕੇ ਅਪ੍ਰੈਲ 22 ਤੱਕ ਇਹਨਾਂ ਨੇ 22 ਦਿਨ ਆਪਦੀ ਵਿੰਡੋ ਖੋਲ੍ਹ ਕੇ ਰੱਖੀ ਸੀ। ਐਕਸਪ੍ਰੈਸ਼ਨ ਆਫ ਇੰਟਰਸਟ ਜਿਹੜੇ ਵੀ ਲੋਕਾਂ ਨੇ ਉਹ ਇੰਪਲੋਇਰਸ ਨੂੰ ਨੋਮੀਨੇਟ ਕਰਨਾ ਉੱਥੇ ਸਬਮਿਟ ਕਰ ਦਿਓ, ਉਹਦੇ ਬਾਅਦ ਬੰਦ ਕਰਤੀ ਸੀ, ਠੀਕ ਹੈ। ਤੇ ਉਹਦੇ ਬਾਅਦ ਫਿਰ we will invite employers who submit EOI that align with 2026 priority, ਠੀਕ ਹੈ। if you are selected download the application form। so application form 'ਚ ਕੀ ਆ, let's see। so application form before you start express entry ਵਾਲਾ YEE, ਇਹਦੇ ਵਿੱਚ ਬੇਸਿਕਲੀ ਤੁਹਾਡੀ ਇਨਫੋਰਮੇਸ਼ਨ, ਇੰਪਲੋਇਰ ਦੀ ਇਨਫੋਰਮੇਸ਼ਨ ਸਾਰਾ ਕੁਛ ਆ ਜਾਊਗਾ ਤੇ ਬਾਅਦ 'ਚ ਇਹਨਾਂ ਨੇ ਸਬਮਿਟ ਕਰਨੀ ਹੈ। ਓਕੇ, ensure that you print a second copy of for your records and able to ਬਾਅਦ 'ਚ complete the application form ਤਾਂ ਜੋ ਡ੍ਰੌਪ ਕਰਨੀ ਇੱਥੇ 303 ਅਲੈਗਜ਼ੈਂਡਰ ਸਟਰੀਟ ਤੇ ਫਸਟ ਫਲੋਰ ਤੇ ਯੂਕੋਨ 'ਚ, ਠੀਕ ਹੈ। ਓਕੇ, ਤੇ ਹਾਂ ਸੋ ਆਹ ਸੀਨ ਹੈ ਯੂਕੋਨ ਦੇ ਆਪਣਾ ਪ੍ਰੋਗਰਾਮ ਦੇਖ ਕੇ ਕਿ ਟੀਅਰ 4 ਐਂਡ 5 ਲਈ ਤੁਸੀਂ ਕ੍ਰਿਟੀਕਲ ਇੰਪੈਕਟ ਵਰਕਰ ਪ੍ਰੋਗਰਾਮ ਟਾਰਗੇਟ ਕਰਨਾ। ਤੇ ਜੇ ਤੁਹਾਨੂੰ ਸਕਿਲਡ ਵਾਲੀ ਜੋਬ ਮਿਲ ਜਾਂਦੀ ਹੈ ਫਿਰ ਤੁਸੀਂ ਟੀਅਰ 0 1 2 3 ਦੇ ਨਾਲ ਸਕਿਲਡ ਵਰਕਰ ਸਟਰੀਮ ਤੇ ਐਕਸਪ੍ਰੈਸ ਐਂਟਰੀ ਸਟਰੀਮ ਦੋਨੋਂ ਟਾਰਗੇਟ ਕਰ ਸਕਦੇ ਹੋ ਟੀਅਰ 0 1 2 3 ਦੀ ਪੋਜੀਸ਼ਨ ਦੇ ਨਾਲ, ਠੀਕ ਹੈ। ਸੋ ਫੋਰ ਐਗਜ਼ਾਮਪਲ ਵੀ ਦਿੱਤੀ ਇਹਨਾਂ ਨੇ, ਇਫ ਯੂ ਹੈਵ ਬੀਨ ਆਫਰਡ ਏ ਫੂਡ ਕਾਊਂਟਰ ਅਟੈਂਡੈਂਟ ਦੀ ਤੁਹਾਨੂੰ ਪੋਜੀਸ਼ਨ ਮਿਲੀ ਹੈ, ਤੁਹਾਡੇ ਕੋਲ ਪਾਰਟ ਟਾਈਮ ਐਕਸਪੀਰੀਅੰਸ ਵੀ ਹੈਗਾ, ਤੁਸੀਂ ਟਾਰਗੇਟ ਕਰਦੇ ਪਏ ਹੋ, ਤਾਂ ਉਹ ਜੋਬ ਤੁਹਾਡੀ 65,201 'ਚ ਆ ਗਈ, ਤੁਸੀਂ ਟੀਅਰ 5 ਦੇ ਵਿੱਚ ਆ ਜਾਓਗੇ। ਸੋ ਜਿਹੜਾ ਤੁਹਾਡੇ ਨੌਕ ਦੇ ਵਿੱਚ ਸੈਕਿੰਡ ਡਿਜਿਟ ਹੁੰਦਾ ਉਹ ਤੁਹਾਡੀ ਟੀਅਰ ਕੋਡ ਹੁੰਦੀ ਹੈ। ਸੋ ਜਿਵੇਂ 65201, ਸੋ 6 ਤੋਂ ਬਾਅਦ 5 ਆ ਰਿਹਾ, ਟੀਅਰ 5 ਦੀ ਜੋਬ ਆ, ਤਾਂ ਤੁਸੀਂ ਕ੍ਰਿਟੀਕਲ ਵਰਕਰ ਸਟਰੀਮ ਟਾਰਗੇਟ ਕਰੋਗੇ, ਠੀਕ ਹੈ। employer wishing to nominate a skilled worker who can apply for skilled worker express entry। ਸੋ ਬੇਸਿਕਲੀ ਤੁਹਾਡੀ ਜੋਬ ਤੇ ਡਿਪੈਂਡ ਕਰਦਾ, ਤੁਸੀਂ ਮੈਂ ਦੱਸਦਾ ਜੋਬਾਂ ਲੈਣੀਆਂ ਕਿਵੇਂ, ਟੈਨਸ਼ਨ ਨਾ ਲਓ, ਠੀਕ ਹੈ। ਸੋ ਬੇਸਿਕ ਸਟਰੀਮ ਸਪੈਸੀਫਿਕ ਵਰਕਰ ਕ੍ਰਾਈਟੇਰੀਆ, ਕ੍ਰਿਟੀਕਲ ਇੰਪੈਕਟ ਵਰਕਰ ਲਈ ਟੀਅਰ 4 5 ਲਈ ਤੁਹਾਨੂੰ ਮਿਨੀਮਮ 6 ਮਹੀਨੇ ਦਾ ਐਕਸਪੀਰੀਅੰਸ ਚਾਹੀਦਾ, ਫੁੱਲ ਟਾਈਮ ਰੈਲੇਵੈਂਟ ਵਰਕ ਐਕਸਪੀਰੀਅੰਸ। ਪਰ ਜਿਹੜੀ ਤੁਹਾਡੀ ਜੋਬ ਆਫਰ ਆ, ਜੋਬ ਲੈਟਰ ਆ, ਉਹ ਤੁਹਾਡੀ ਕੰਟੀਨਿਊਸ ਪਰਮਾਨੈਂਟ ਹੋਣੀ ਚਾਹੀਦੀ, ਫੁੱਲ ਟਾਈਮ ਦੀ, ਠੀਕ ਹੈ। ਕੋਈ ਉਹਦੇ 'ਚ ਦੋ ਰਾਏ ਨਹੀਂ। CLB 4 ਚਾਹੀਦੇ ਤੁਹਾਨੂੰ ਕ੍ਰਿਟੀਕਲ ਵਰਕਰ ਕ੍ਰਾਈਟੇਰੀਆ ਲਈ ਟੀਅਰ 4 5 ਦੀ ਜੋਬ ਲਈ, ਸਿਰਫ CLB 4 ਪਾਇਲਟਸ ਦੇ ਜਨਰਲ ਦੇ ਪੇਪਰ ਦੇ ਵਿੱਚ PTE ਦੇ ਵਿੱਚ, ਠੀਕ ਹੈ। ਇਹ ਮਿਨੀਮਮ ਐਟ ਮਿਨੀਮਮ ਇਹ ਹਾਈ ਸਕੂਲ ਡਿਪਲੋਮਾ, ਠੀਕ ਹੈ। ਤੁਹਾਨੂੰ ਘੱਟੋ ਘੱਟ ਹਾਈ ਸਕੂਲ ਚਾਹੀਦਾ ਮਿਨੀਮਮ। ਸੋ ਇੰਡੀਆ ਦੀ 12ਵੀਂ ਕੈਨ ਹੈਲਪ ਯੂ। ਐਨੀ ਹਾਇਰ ਐਜੂਕੇਸ਼ਨ ਰਿਕੁਆਇਰਡ ਫॉर द ਨੌਕ ਪੋਜੀਸ਼ਨ। ਸੋ ਜੇ ਤੁਹਾਡੀ ਪੋਜੀਸ਼ਨ ਦੇ ਲਈ ਤੁਹਾਨੂੰ ਹਾਇਰ ਐਜੂਕੇਸ਼ਨ ਦੀ ਲੋੜ ਆ ਤਾਂ ਉਹ ਰਿਕੁਆਇਰਮੈਂਟ ਹੈ, ਠੀਕ ਹੈ, ਟੀਅਰ 4 5 ਲਈ। ਬਾਕੀ ਸਕਿਲਡ ਵਰਕਰ ਲਈ ਟੀਅਰ 2 ਐਂਡ 3 ਦੀ ਜੋਬ ਲਈ, ਠੀਕ ਹੈ। ਸੋ ਟੀਅਰ 2 ਐਂਡ 3 ਦੀ ਗੱਲ ਕਰ ਰਹੇ ਹਾਂ, ਬਸ 0 1 ਦੀ ਨਹੀਂ। ਇਹਦੇ ਲਈ ਤੁਹਾਨੂੰ 12 ਮਹੀਨੇ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਚਾਹੀਦਾ। ਬਾਅਦ ਤੁਹਾਨੂੰ CLB 5 ਚਾਹੀਦਾ ਟੀਅਰ 2 3 ਲਈ, ਤੁਹਾਨੂੰ ਹਾਈ ਸਕੂਲ ਚਾਹੀਦਾ ਜਾਂ ਫਿਰ ਜਿਹੜੀ ਨੌਕ ਦੇ ਹਿਸਾਬ ਨਾਲ ਜਿਹੜੀ ਡਿਗਰੀ ਡਿਪਲੋਮਾ ਬਣਦਾ ਉਹ। ਟੀਅਰ 0 ਤੇ 1 ਦੀ ਜੋਬ ਲਈ ਤੁਹਾਨੂੰ ਚਾਹੀਦਾ ਵਾ 12 ਮਹੀਨੇ ਦਾ ਵਰਕ ਐਕਸਪੀਰੀਅੰਸ, ਤੁਹਾਨੂੰ CLB 6 ਚਾਹੀਦੇ ਆ ਟੀਅਰ 0 1 2 ਲਈ। ਸੋ ਟੀਅਰ 1 2 ਲਈ CLB 6, ਟੀਅਰ 2 3 ਲਈ CLB 5, ਟੀਅਰ 4 5 ਲਈ CLB 4, ਠੀਕ ਹੈ ਜੀ। ਤੇ ਉਦੋਂ ਬਾਅਦ 'ਚੋਂ ਹਾਈ ਸਕੂਲ ਚਾਹੀਦਾ ਜਾਂ ਫਿਰ ਥੋੜੀ ਪੋਜੀਸ਼ਨ ਦੇ ਹਿਸਾਬ ਨਾਲ ਵੀ ਪੜ੍ਹਾਈ ਦੀ ਲੋੜ ਆ, ਤੁਹਾਨੂੰ ਉਹਦੀ ਰਿਕੁਆਇਰਮੈਂਟ ਆ, ਠੀਕ ਹੈ। ਆ ਹੋ ਗਿਆ ਆਪਣੇ 3 ਚੀਜ਼ਾਂ ਕਵਰ। ਤੇ ਉਦੋਂ ਬਾਅਦ 'ਚੋਂ ਡੂ ਯੂ ਨੀਡ ਇਮੀਗ੍ਰੇਸ਼ਨ ਕੰਸਲਟੈਂਟ? ਨੋ ਯੂ ਡੋਨਟ ਨੀਡ ਇਮੀਗ੍ਰੇਸ਼ਨ ਕੰਸਲਟੈਂਟ or consultant to be nominated, so it's your choice। ਤੁਸੀਂ ਖੁਦ ਅਪਲਾਈ ਕਰਨਾ, ਕਿਸੇ ਤੋਂ ਅਪਲਾਈ ਕਰਨ, ਤੁਹਾਡੀ ਚੋਇਸ ਹੈ, ਠੀਕ ਹੈ। ਹੁਣ ਆਹ ਸੀ
ਪ੍ਰੋਗਰਾਮ ਸਾਰਾ ਐਕਸਪਲੇਨ ਕਰਤਾ। ਸੌਰੀ ਮੈਨੂੰ ਠੰਡ ਲੱਗੀ ਥੋੜੀ ਜਿਹੀ। ਜੋਬਾਂ ਲੈਣੀਆਂ ਕਿਵੇਂ ਆ ਦੋਨੋਂ ਲਿੰਕ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਦੇ ਦੂੰਗਾ। ਸਭ ਤੋਂ ਬੈਸਟ ਨੇ। ਪਹਿਲਾ ਲਿੰਕ ਆ ਗਿਆ ਇੰਪਲੋਇਮੈਂਟ ਸੈਂਟਰਲ ਦਾ। ਇੰਡੀਡ ਇਜ਼ ਅ ਗੁੱਡ ਆਪਸ਼ਨ, ਬਟ ਇਹਦੇ ਵਿੱਚ ਤੁਹਾਨੂੰ ਜੋਬ ਸਰਚ ਦੇ ਸਾਰੇ ਲਿੰਕ ਮਿਲ ਜਾਂਦੇ ਆ ਕਿ ਜੋਬ ਬੈਂਕ ਦੇ ਵਿੱਚ ਏਅਰ ਨਾਰਥ, ਬਾਈਟ, ਕ੍ਰੋਸ ਆ ਸਾਰੀ ਯੂਕੌਨ ਦੀਆਂ ਜੋਬਾਂ ਨੇ। ਏਅਰਲਾਈਨਸ ਲੈਣੀਆਂ, ਕ੍ਰੋਸ ਲੈਣੀਆਂ, ਹੇਨਸ ਲੈਣੀਆਂ, ਸਿਟੀ ਆਫ ਵਾਈਟ ਹਾਰਸ ਲੈਣੀਆਂ। ਸਿਟੀ ਆਫ ਵਾਈਟ ਹਾਰਸ ਦੀ ਜੋਬ ਓਪਨਿੰਗ ਕਿਹੜੀ ਚੱਲ ਰਹੀਆਂ? ਸਿਟੀ ਆਫ ਵਾਈਟ ਹਾਰਸ, ਸਿਟੀ ਆਫ ਯੂਕੌਨ, ਫਸਟ ਨੇਸ਼ਨ, ਡਾਕਵਾਕਾ, ਇੰਜੀਨੀਅਰ ਯੂਕੌਨ, ਗਵਰਨਮੈਂਟ ਆਫ ਯੂਕੌਨ, ਕੁਆਂਟਲਿਨ, ਫਸਟ ਨੇਸ਼ਨ। ਉੱਥੇ ਭਾਈ ਜਿਵੇਂ ਇੱਥੋਂ ਦੇ ਵਸਨੀਕ ਲੋਕ ਆ ਤੰਨਾ ਚੋ ਨਿਆਕ ਡੋਨ ਫਸਟ ਨੇਸ਼ਨ। ਸੋ ਰਿਸਪੈਕਟਫੁਲੀ ਕਿਸੇ ਨਾਲ ਕੋਈ ਆਪਣੀ ਉਹ ਨਹੀਂ, ਆਪਾਂ ਡਿਸਰਿਸਪੈਕਟ ਨਹੀਂ ਕਰ ਰਹੇ, ਬਟ ਨਾ ਚੋ ਨਿਆਕ ਡੋਨ ਉਹਨਾਂ ਦਾ ਨਾਮ ਆ ਵਸਨੀਕ ਲੋਕਾਂ ਦਾ, ਜਿਹੜੀ ਉਹਨਾਂ ਦੀ ਫਸਟ ਨੇਸ਼ਨ ਜੋ ਵੀ ਉਹਨਾਂ ਦੀ ਆਰਗੇਨਾਈਜੇਸ਼ਨ ਹੋਊਗੀ। ਤਾਂ ਉਹਦੇ ਵਿੱਚ ਜੋਬਾਂ ਲੈਣੀਆਂ ਵਾ। ਮੇਓ ਯੂਕੌਨ ਦੇ ਵਿੱਚ, ਨਾਰਥ ਵੈਸਟ ਟੈਲ ਦੇ ਵਿੱਚ, ਸੇਵਨ ਫੂਡ, ਸਟਾਰਬਕਸ, ਸੁਪਰ ਸਟੋਰ, ਟਾਕੂ ਰਿਵਰ ਟਿਲਿੰਗ ਫਸਟ ਨੇਸ਼ਨ, ਵਾਲਮਾਰਟ ਹੋ ਗਿਆ, ਵੇ ਫਾਈਂਡਰ ਹੋ ਗਿਆ, ਵਰਕ ਬੀਸੀ ਹੋ ਗਿਆ, ਯੂਕੌਨ ਦਾ ਹਸਪੀਟਲ ਹੋ ਗਿਆ, ਯੂਕੌਨ ਦੀ ਯੂਨੀਵਰਸਿਟੀ ਹੋ ਗਈ, ਯੂਵਿਨ ਹੋ ਗਿਆ। ਹੁਣ ਯੂਵਿਨ ਇੱਕ ਹੋਰ ਵੈਬਸਾਈਟ ਆ ਜਿੱਥੇ ਤੁਸੀਂ ਆ ਰਹੀਆਂ। ਸੋ ਆ ਵੈਬਸਾਈਟ ਦਾ ਨਾਮ ਯੂਵਿਨ ਆ। ਇਹਦੇ ਉੱਤੇ ਵੀ ਤੁਹਾਨੂੰ ਜੋਬ ਪੋਸਟਿੰਗਾਂ ਮਿਲ ਜਾਣਗੀਆਂ। ਹੁਣ ਫਾਰੋ ਯੂਕੌਨ ਦੇ ਵਿੱਚ ਯੂਕੌਨ ਟੈਰੀਟਰੀ YT, ਠੀਕ ਆ, ਅਤੇ ਵਾਈਟ ਹਾਰਸ ਯੂਕੌਨ ਟੈਰੀਟਰੀ ਦੇ ਵਿੱਚ ਵਾਈਟ ਹਾਰਸ ਆ ਸਾਰੀਆਂ ਪੋਜੀਸ਼ਨਾਂ 22 ਦਸੰਬਰ 23 ਦਸੰਬਰ ਨੂੰ ਹੁਣੇ ਰੀਸੈਂਟਲੀ ਪੋਸਟਡ ਨੇ। ਸੋ ਤੁਸੀਂ ਤੁਹਾਡਾ ਮਕਸਦ ਆ ਅਪਲਾਈ ਕਰਨਾ। ਹੁਣ ਕੰਮ ਦੀ ਲੋੜ ਆਪਾਂ ਨੂੰ ਆ। ਹੁਣ ਮੰਨ ਲਓ ਆਪਣੀਆਂ ਭੈਣਾਂ ਵਾ, ਤੁਸੀਂ ਹੈਲਥ ਕੇਅਰ ਦੀ ਪੜ੍ਹਾਈ ਕੀਤੀ, ਤੁਹਾਡਾ PSW ਕੁਛ ਵੀ ਆ, ਤੁਸੀਂ ਉੱਥੇ ਵੀ ਜੋਬ ਅਪਲਾਈ ਕਰ ਸਕਦੇ ਹੋ। ਕੁਛ ਨਹੀਂ ਪਤਾ ਕਿਸਮਤ ਵਾਲੀ ਕੁੜੀ ਕਿਵੇਂ ਕਾਲਜ ਹੈ। ਆਪਣਾ ਮਕਸਦ ਕੀ ਆ, ਆਪਾਂ ਅਪਲਾਈ ਕਰਨਾ। ਸੋ ਜਿਹੜੇ ਵੀ ਇਹਨਾਂ ਨੇ ਆਪਾਂ ਇੱਥੇ ਵੈਬਸਾਈਟ ਦਿੱਤੇ, ਫੋਰ ਐਗਜ਼ਾਮਪਲ ਇਹ ਏਅਰ ਨਾਰਥ ਖੋਲ੍ਹ ਕੇ ਦੇਖਾਂਗੇ। ਇੱਥੇ ਦੇਖਾਂਗੇ 6 ਜੋਬਸ ਪਈਆਂ। ਡਿਸਪੈਚ ਦੀ ਆ, ਬਲੈਕ ਵੁਲਫ ਬਿਸਟਰੋ ਦੀ ਆ, ਕੇਟਰਿੰਗ ਦੀ ਆ, ਕੈਬਿਨ ਸਰਵਿਸ ਦੀ ਆ, ਏਅਰਕ੍ਰਾਫਟ ਮੇਨਟੇਨੈਂਸ ਦੀ ਆ। ਸੋ ਜਿਹੜੇ ਤੁਹਾਨੂੰ ਲੱਗਦਾ ਵੀ ਹਾਂ ਡਿਸਪੈਚ ਵੀ ਕਰ ਸਕਦੇ ਹੋ, ਬਿਸਟਰੋ ਵਾਲਾ ਕੰਮ ਕਰ ਸਕਦੇ ਹੋ, ਕੇਟਰਿੰਗ ਕਰ ਸਕਦੇ ਹੋ, ਕੇਬਿਨ ਸਰਵਿਸ ਕਰ ਸਕਦੇ ਹੋ, ਕਿਉਂ ਨਹੀਂ ਅਪਲਾਈ ਕਰੋਗੇ? ਕਰੋ, ਵਾਈ ਨਾਟ, ਠੀਕ ਹੈ। ਉਵੇਂ ਸਿਟੀ ਆਫ ਵਾਈਟ ਹਾਰਸ ਦੇ ਵਿੱਚ ਵੀ ਇਹਨਾਂ ਦੇ ਮੈਜੋਰਟੀ ਆਫ ਪੋਜੀਸ਼ਨਸ ਦੇ ਵਿੱਚ ਇਹਨਾਂ ਨੂੰ PR ਸਿਟੀਜ਼ਨਸ਼ਿਪ ਦੀ ਰਿਕੁਆਇਰਮੈਂਟ ਨਹੀਂ ਹੈਗੀ। ਤੁਹਾਡੇ ਕੋਲ ਵਰਕ ਪਰਮਿਟ ਹੈਗਾ, ਵਰਕ ਆਥੋਰਾਈਜ਼ੇਸ਼ਨ ਹੈਗੀ, ਦੈਟਸ ਵਾਈ ਦੇ ਨੀਡ ਯੂ। ਸੋ ਇਹਨਾਂ ਨੇ ਪੋਸਟ ਕੀਤੀਆਂ ਹੋਈਆਂ 12/15 ਨੂੰ, 12/10 ਨੂੰ, 12/5 ਨੂੰ। ਸੋ ਆਹ 3 ਪੋਜੀਸ਼ਨਾਂ ਰੀਸੈਂਟਲੀ ਪਈਆਂ, ਕਿਉਂ ਨਹੀਂ ਅਪਲਾਈ ਕਰੋ? ਆਪਣਾ ਮਕਸਦ ਆ ਉੱਥੇ ਜੋਬ ਲੈਣ ਦਾ। ਕੁਝ ਸਰਕਾਰ ਨੇ ਆਪਾਂ ਨੂੰ ਇੱਥੇ ਵੀ ਕਿਹਾ ਹੋਇਆ ਮੇਰੇ ਹਿਸਾਬ ਨਾਲ, ਇਟ ਇਜ਼ ਯੋਰ ਰਿਸਪੋਂਸਿਬਿਲਿਟੀ ਟੂ ਫਾਈਂਡ ਐਮਪਲੋਇਮੈਂਟ ਇਨ ਯੂਕੌਨ। ਤੁਸੀਂ Tier 0 1 2 3 4 5 ਜਿਹੜੀ ਮਰਜ਼ੀ ਪੋਜੀਸ਼ਨ ਲੱਭ ਲਓ, ਦੈਟ ਵਿਲ ਹੈਲਪ ਯੂ ਕੁਆਲੀਫਾਈ। ਪਰ ਇਟ ਇਜ਼ ਯੋਰ ਰਿਸਪੋਂਸਿਬਿਲਿਟੀ ਟੂ ਫਾਈਂਡ ਦ ਜੋਬ। ਐਂਡ ਹਾਊ ਯੂ ਕੈਨ ਫਾਈਂਡ ਅ ਜੋਬ? ਤੁਹਾਨੂੰ 2 ਪ੍ਰੀਮੀਅਮ ਵੈਬਸਾਈਟਾਂ ਜਿੱਥੇ ਸਿਰਫ ਯੂਕੌਨ ਵਗੈਰਾ ਦੇ ਜੋਬਾਂ ਹੀ ਪੈਂਦੀਆਂ ਮੇਨਲੀ। ਸੋ ਯੂ ਕੈਨ ਜਸਟ ਸਰਚ। ਕਿੱਥੇ ਆ ਗਏ ਆਪਾਂ? ਸੌਰੀ। ਸੋ ਜੋਬ ਸੀਕਰ ਤੇ ਜਾਓ, ਜੋਬ ਸਰਚ ਲਿੰਕਸ ਤੇ ਜਾਓ। ਆ ਸਾਰੇ ਜੋਬ ਸਰਚ ਲਿੰਕਸ ਨੇ। ਆ ਦੋਨੋਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਦੂੰਗਾ। ਵੀ ਸਟਾਰਬਕਸ, ਸੇਵਨ ਫੂਡਸ, ਇੱਥੇ ਰੀਟੇਲ ਵਾਲੀ ਜੋਬਾਂ ਮਿਲ ਜਾਂਦੀਆਂ। ਇੱਥੇ ਰੀਟੇਲ ਦੀ ਜੋਬ ਕੁਆਲੀਫਾਈ ਕਰਦੀ ਆ। 2026 'ਚ ਇਹਨਾਂ ਨੂੰ ਕੋਟੇ ਵੱਧ ਕੇ ਮਿਲ ਰਹੇ ਆ। ਤੁਹਾਨੂੰ ਵਰਕ ਪਰਮਿਟ ਐਕਸਟੈਂਸ਼ਨ ਦਾ ਵੀ ਸਾਥ ਦੇਣਗੇ, ਬਟ ਯੂ ਨੀਡ ਟੂ ਲੈਂਡ ਦਾ ਜੋਬ, ਦੈਟਸ ਇਟ। ਸੋ 30 ਦਿਨ ਪਹਿਲਾਂ ਜੋਬ ਪਾਈ ਸੀ, 30 ਦਿਨ ਪਹਿਲਾਂ ਜੋਬ ਪਾਈ ਸੀ। ਸੋ ਇਹਨਾਂ ਦੀ ਜੋਬ ਪੋਸਟਿੰਗ ਨੂੰ 30 ਤੋਂ ਪਲੱਸ ਦਿਨ ਹੋ ਗਿਆ, ਤੁਹਾਨੂੰ ਹਾਇਰ ਕਰ ਸਕਦੇ ਆ। ਡਿਪਾਰਟਮੈਂਟ ਹੈਡ ਦੀ, ਫੁੱਲ ਟਾਈਮ ਜਨਰਲ ਕਲਰਕ ਦੀ। ਹੁਣ ਤੁਹਾਨੂੰ ਇੱਕ ਗੱਲ ਦੱਸਾਂ, ਜਿਵੇਂ ਹੁਣ ਆਪ ਛੋਟੇ ਟੈਰੀਟਰੀ ਆ, ਇਹਨਾਂ ਦੇ ਵਿੱਚ ਤੁਹਾਨੂੰ ਤਨਖਾਹ ਵਧੀਆ ਮਿਲਦੀ ਆ। ਕੁਝ ਇੱਥੇ ਸਮਾਨ ਮਹਿੰਗਾ ਹੁੰਦਾ। ਇਹਨਾਂ ਦੇ ਵਿੱਚ ਤੁਹਾਨੂੰ ਗਰੋਥ ਕਰਨੀ, ਵਧੀਆ ਪੋਜੀਸ਼ਨਾਂ 'ਤੇ ਪਹੁੰਚਣਾ, ਵਧੀਆ ਪੋਜੀਸ਼ਨ ਲਈ ਡਾਇਰੈਕਟਲੀ ਹਾਇਰ ਹੋਣਾ ਸਭ ਤੋਂ ਸੌਖਾ ਵਾ। ਕੁਝ ਕੰਪੀਟੀਸ਼ਨ ਹੈ ਨਹੀਂ। ਮੈਂ ਤਾਂ 44,000 ਟੋਟਲ ਪਾਪੂਲੇਸ਼ਨ ਆ। 44,000 ਟੋਟਲ ਪਾਪੂਲੇਸ਼ਨ ਆ, ਜਿਹਦੇ ਵਿੱਚ ਲੋਕੀ ਆਲਰੇਡੀ ਕੰਮ ਕਰਦੇ ਪਏ ਆ, ਜਵਾਕ ਆ, ਬੁੱਢੇ ਆ, ਸਾਰੇ ਮਿਲਾ ਕੇ। ਸੋ ਇਹਨਾਂ ਨੂੰ ਬੰਦਿਆਂ ਦੀ ਲੋੜ ਹੀ ਲੋੜ ਆ। ਪਲੱਸ ਇੱਥੇ ਕੰਪੀਟੀਸ਼ਨ ਹੈ ਨਹੀਂ। ਤੁਹਾਡਾ ਇੰਪਲੋਇਰ ਸਾਥ ਵੀ ਦੇਊਗਾ। ਅਤੇ ਜਦੋਂ ਵੀ ਤੁਹਾਨੂੰ ਇੰਟਰਵਿਊ ਆ ਗਈ, ਕਾਲ ਆ ਗਈ, ਤਾਂ ਅਗਲੇ ਨੇ ਕਲੀਅਰ ਕਰ ਲਿਓ ਕਿ ਹਾਂ ਮੈਂ ਤੇਰੇ ਕੋਲ ਕੰਮ ਕਰਨ ਨੂੰ ਤਿਆਰ ਆ, ਪਰ ਮੈਨੂੰ ਇਮੀਗ੍ਰੇਸ਼ਨ ਦੇ ਵਿੱਚ ਸਪੋਰਟ ਕਰਨੀ ਪੈਣੀ ਆ। ਤਾਂ ਉੱਥੇ ਇੰਪਲੋਇਰਸ ਨੂੰ ਵੀ ਪਤਾ ਕਿ ਹਾਂਜੀ ਅਸੀਂ ਸਾਥ ਦੇਣਾ। ਕੁਝ ਇੰਪਲੋਇਰ ਡਰਿਵਨ ਸਟਰੀਮਸ ਨੇ, ਇੰਪਲੋਇਰਸ ਅਵੇਅਰ ਨੇ। ਸੋ ਦੈਟਸ ਹਾਊ ਯੂ ਕੈਨ ਫਾਈਂਡ ਦ ਜੋਬ, ਦੈਨ ਯੂ ਕੈਨ ਟਾਰਗੇਟ ਯੂਰ PR ਇਨ ਯੂਕੌਨ ਨੋਮੀਨੀ ਪ੍ਰੋਗਰਾਮ। ਕਿਸੇ ਨੂੰ ਕੋਈ ਡਾਊਟ ਹੋਵੇ, ਕੁਐਸਚਨ ਹੋਵੇ ਕਿਸੇ ਵੀ ਤਰ੍ਹਾਂ ਦੇ, ਪਲੀਜ਼ ਕਮੈਂਟ ਕਰ ਦਿਓ, ਮੈਸੇਜ ਕਰ ਦਿਓ। ਅਤੇ ਤੁਹਾਨੂੰ ਹੋਰ ਕਿਹੜੀ ਪ੍ਰੋਗਰਾਮ ਨੂੰ ਲੈ ਕੇ ਚੀਜ਼ ਜਾਣਕਾਰੀ ਚਾਹੀਦੀ, ਲੈਟ ਮੀ ਨੋ। ਆਹ ਵੈਬਸਾਈਟ ਵੀ ਬੈਸਟ ਆ, ਯੂਵਿਨ ਦੇ ਵਿੱਚ ਵੀ ਪੋਜੀਸ਼ਨਾਂ ਤੁਸੀਂ ਦੇਖ ਸਕਦੇ ਹੋ, ਵਾਧੂ ਪਈਆਂ। ਡਰਾਈਵਰ, ਇੰਸਟਾਲਰ ਦੀ, ਸਿਵਲ ਇੰਜੀਨੀਅਰ ਦੀ, ਕਸਟਮਰ ਸਰਵਿਸ ਦੀ। ਸੋ Tier 4 ਦੀ, Tier 5 ਦੀ ਜੋਬ ਪਈਆਂ ਹੋਈਆਂ ਇੱਥੇ। Tier 3 ਦੀ ਪਈ ਆ, Tier 4 ਦੀ ਪਈ ਆ। ਬਾਕੀ ਡੀਜ਼ਰ ਆਪਰੇਟਰ, ਸਕਿਲਡ ਵਾਲੀਆਂ ਆ ਗਈਆਂ, ਸੇਫਟੀ ਟ੍ਰੇਨਿੰਗ ਆਫਸਰ, ਸਕਿਲਡ ਵਾਲੀ ਜੋਬਾਂ ਆ ਗਈਆਂ। ਸੋ ਇਹਨਾਂ ਸਾਰਿਆਂ ਵਿੱਚ ਅਪਲਾਈ ਕਰੋ, ਵਾਈ ਨਾਟ। ਵੀ ਕਿਸਮਤ ਵਾਲੀ ਪੂਰੀ ਸ਼ੇਰੋ। ਜਿੰਨਾ ਆਪਾਂ ਜ਼ੋਰ ਮਾਰਾਂਗੇ ਉਹ ਪਰਮਾਤਮਾ ਦੇਖਦਾ।
ਮਿਹਨਤ ਕਰਾਂਗੇ ਪ੍ਰਮਾਤਮਾ ਫਲ ਕਿਉਂ ਨਹੀਂ ਲਾਊਗਾ। ਤੁਸੀਂ ਐਫਰਟ ਪਾਓਗੇ ਪ੍ਰਮਾਤਮਾ ਫਲ ਕਿਉਂ ਨਹੀਂ ਲਾਊਗਾ। ਆ ਜ਼ਰੂਰ ਤੁਹਾਡੀ ਕਿਸਮਤ, ਤੁਹਾਡੀ ਪੀਆਰ, ਤੁਹਾਡਾ ਸਕਸੈਸ, ਸਾਰਾ ਕੁਝ ਤੁਹਾਡਾ, ਤਾਂ ਐਫਰਟ ਵੀ ਤੁਹਾਡੇ ਮੋਢਿਆਂ 'ਤੇ ਜ਼ੋਰ ਆ ਸਾਰਾ। ਅਸੀਂ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰ ਸਕਦੇ, ਮੈਂ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰ ਸਕਦਾ, ਉਹਦੇ 'ਤੇ ਐਕਸ਼ਨ ਲੈਣਾ ਤੁਹਾਡਾ ਕੰਮ ਆ। ਤੁਹਾਨੂੰ ਉਹ ਐਕਸ਼ਨ ਲੈਂਦੇ ਹੋਏ ਕਿਤੇ ਵੀ ਦਿੱਕਤ ਪਰੇਸ਼ਾਨੀ ਆਉਂਦੀ ਉਹ 'ਤੇ ਹੈਲਪ ਕਰਨਾ ਮੇਰਾ ਕੰਮ ਆ। ਬਟ ਡੀਮੋਟੀਵੇਟਡ ਨਾ ਹੋ। ਪੀਆਰ ਦੇ ਆਲਰੇਡੀ ਪਰਮਿਟ ਬਹੁਤ ਲੋਕਾਂ ਦੇ ਮੁੱਕਦੇ ਪਏ ਆ, ਕੰਪੀਟੀਸ਼ਨ ਬਹੁਤ ਜ਼ਿਆਦਾ ਪੀਆਰ ਲੈਣ ਦਾ। ਸੋ ਜਿੱਥੇ ਆਪਾਂ ਨੂੰ ਮਿਲਦੀ ਪਈ ਆ ਆਪਾਂ ਉਹ ਆਪਸ਼ਨ ਵਧੀਆ ਤਰੀਕੇ ਨਾਲ ਐਕਸਪਲੋਰ ਕਰੀਏ। ਦੈਟਸ ਆਲ ਆਈ ਵਾਂਟ ਟੂ ਸੇ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਪਰਮਾਤਮਾ ਤੁਹਾਨੂੰ ਬਈ ਜੋਬਾਂ ਦਵਾਵੇ, ਪੱਕਾ ਕਰੇ, ਸੈਟਲ ਕਰੇ, ਕਾਮਯਾਬ ਕਰੇ। ਮੇਰੀ ਆਹੀ ਅਰਦਾਸ ਦੁਆ ਵਾ। ਬਲਦੇ ਚਲੋ, ਤੁਹਾਡੇ ਮਾਪੇ ਹਮੇਸ਼ਾ ਤੰਦਰੁਸਤ ਰਹਿਣ। ਥੈਂਕ ਯੂ। ਮੈਂ ਇੱਕ ਚੀਜ਼ ਐਡ ਕਰਨੀ ਭੁੱਲ ਗਿਆ ਸੀ, ਇਹਨੂੰ ਕਹਿੰਦੇ ਨਾਰਦਰਨ ਰੈਜ਼ੀਡੈਂਟ ਡਿਡਕਸ਼ਨ ਪ੍ਰੋਗਰਾਮ। ਇਹਦੇ ਅੰਡਰ ਤੁਸੀਂ ਯੂਕੋਨ ਦੇ ਵਿੱਚ ਜਿੰਨੇ ਵੀ ਦਿਨ ਰਹੇ ਨੇ ਤੁਹਾਨੂੰ ਪਰ ਦਿਨ ਦੇ $11 ਸਰਕਾਰ ਦਿੰਦੀ ਆ। ਸੋ ਜਦੋਂ ਵੀ ਤੁਸੀਂ ਯੂਕੋਨ ਦੇ ਵਿੱਚ ਰਹੋਗੇ ਉਦੋਂ ਅਗਲੇ ਸਾਲ ਟੈਕਸ ਫਾਈਲ ਕਰੋਗੇ ਤਾਂ ਤੁਹਾਨੂੰ ਜਿੰਨੇ ਵੀ ਦਿਨ ਤੁਸੀਂ ਰਹੇ ਹੋਗੇ ਤੁਸੀਂ ਆਪਣੇ CRA ਨੂੰ ਦੱਸਣਾ, ਆਪਣੇ ਟੈਕਸ ਅਕਾਊਂਟੈਂਟ ਨੂੰ ਦੱਸਣਾ, ਤਾਂ ਉਹ ਬੰਦਾ ਉਹ ਚੀਜ਼ ਫਾਈਲ ਕਰੂਗਾ ਤੇ ਸਰਕਾਰ ਤੁਹਾਨੂੰ ਇਸ ਪ੍ਰੋਗਰਾਮ ਦੇ ਤਹਿਤ ਨਾਰਦਰਨ ਰੈਜ਼ੀਡੈਂਟ ਡਿਡਕਸ਼ਨ ਦੇ ਅੰਡਰ ਤੁਹਾਨੂੰ ਪਰ ਦਿਨ ਦੇ $11 ਦੇਊਗੀ। ਸੋ ਮੰਨ ਲਓ ਕੋਈ ਵੀ ਬੰਦਾ ਉੱਥੇ 365 ਦਿਨ 1 ਸਾਲ ਰਹਿੰਦਾ, ਤੁਹਾਨੂੰ 4000 ਤੋਂ ਵੱਧ ਡਾਲਰ ਮਿਲਦੇ ਆ। ਸੋ ਆਹ ਚੀਜ਼ ਮੈਂ ਐਡ ਕਰਨੀ ਭੁੱਲ ਗਿਆ ਸੀ, ਮੈਂ ਐਡਿੰਗ ਇਟ ਰਾਈਟ ਨਾਓ, ਬਟ ਦਿਸ ਇਜ਼ ਅ ਗੁੱਡ ਥਿੰਗ। ਤੁਹਾਨੂੰ $4000 ਤੋਂ ਵੱਧ ਡਾਲਰ ਸਰਕਾਰ ਦਿੰਦੀ ਆ ਯੂਕੋਨ 'ਚ ਰਹਿਣ ਦੀ। ਥੈਂਕ ਯੂ।